ਸਾਧ ਸੰਗਤ ਜੀ, ਆਪ ਸਾਰਿਆਂ ਦਾ ਸਿੱਖ ਸੈਂਟਰ ਦੀ ਤਰਫੋਂ, ਸੈਂਟਰ ਸਿੱਖ ਗੁਰਦੁਆਰਾ ਬੋਰਡ ਦੀ ਤਰਫੋਂ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਫਿਰ ਇੱਕ ਵਾਰ ਸਾਡੇ ਨਾਲ ਜੁੜੇ ਹੋ। ਸਿੱਖੀ ਪ੍ਰਚਾਰ ਅਕੈਡਮੀ ਦੀਆਂ ਜਿਹੜੀਆਂ ਵਰਚੁਅਲ ਕਲਾਸਿਸ ਚੱਲਦੀਆਂ ਨੇ, ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ, ਤੇ ਅੱਜ ਦੀ ਇਸ ਵਿਚਾਰ ਚਰਚਾ ਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਉਹਨਾਂ ਸੰਗਤ ਮੈਂਬਰ ਦਾ ਜਿਨ੍ਹਾਂ ਨੇ ਇਸ ਅੱਜ ਦੇ ਟੌਪਿਕ ਬਾਰੇ ਸਾਨੂੰ ਸੁਜੈਸ਼ਨ ਦਿੱਤਾ ਕਿ ਸਿਮਰਨ ਦੇ ਉੱਤੇ ਵੀ ਇੱਕ ਸਪੈਸ਼ਲ ਟਾਕ ਹੋਣੀ ਚਾਹੀਦੀ ਆ, ਇੱਕ ਉਹਦਾ ਪ੍ਰੈਕਟੀਕਲ ਸੈਸ਼ਨ ਹੋਣਾ ਚਾਹੀਦਾ ਆ। ਤੇ ਅੱਜ ਦੇ ਇਸ ਵਿਚਾਰ ਚਰਚਾ ਦੇ ਵਿੱਚ ਸਾਧ ਸੰਗਤ ਜੀ ਸਾਡੇ 3 ਭਾਗ ਹੋਣਗੇ। ਪਹਿਲੇ ਭਾਗ ਦੇ ਵਿੱਚ ਅਸੀਂ ਸਿਮਰਨ ਦੇ ਬਾਰੇ ਵਿਚਾਰ ਚਰਚਾ ਕਰਾਂਗੇ। ਉਸ ਤੋਂ ਬਾਅਦ ਇੱਕ ਪ੍ਰੈਕਟਿਸ ਹੋਏਗੀ ਕਿ ਸਿਮਰਨ ਕਰਨ ਦੀ ਟੈਕਨੀਕ ਕੀ ਹੈ। ਬਿਕੋਜ਼ ਅਬਾਊਟ ਸਿਮਰਨ ਵੀ ਹੈਵ ਲੋਟ ਆਫ ਕੁਐਸਚਨਸ ਇਨ ਆਵਰ ਮਾਈਂਡ ਕਿ ਵੈਨ ਵੀ ਡੂ ਸਿਮਰਨ, ਸੋ ਆਵਰ ਮਾਈਂਡ ਡਜ਼ਨਟ ਫੋਕਸ ਔਨ ਦਾ ਸਿਮਰਨ, ਇਹ ਭੱਜਣਾ ਸ਼ੁਰੂ ਕਰ ਦਿੰਦਾ ਆ। ਸੋ ਦੈਨ ਵਾਈ ਸਿਮਰਨ ਇਜ਼ ਸੋ ਇੰਪੋਰਟੈਂਟ ਇਨ ਆਵਰ ਲਾਈਫ। ਤੇ ਜਿਹੜਾ ਸਿਮਰਨ ਦੇ ਲਈ ਸਭ ਤੋਂ ਜ਼ਰੂਰੀ ਟਾਈਮ ਹੈਗਾ ਆ, ਉਹ ਕਿਹੜਾ ਹੈਗਾ ਆ, ਤੇ ਸਿਮਰਨ ਦੇ ਬੈਨੀਫਿਟ ਕੀ ਹੁੰਦੇ ਨੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ। ਬਹੁਤ ਸਾਰੇ ਪ੍ਰਸ਼ਨ ਸਾਡੇ ਮਨ ਦੇ ਵਿੱਚ ਹੁੰਦੇ ਨੇ, ਤੇ ਧੰਨਵਾਦ ਉਹਨਾਂ ਸੰਗਤ ਮੈਂਬਰਸ ਦਾ ਜਿਨ੍ਹਾਂ ਨੇ ਇਸ ਬਹੁਤ ਹੀ ਪਿਆਰੇ ਟੌਪਿਕ ਨੂੰ ਸਾਂਝਾ ਕਰਨ ਦਾ ਸਾਨੂੰ ਜਿਹੜਾ ਸੁਝਾਅ ਦਿੱਤਾ। ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਜਦੋਂ ਅਸੀਂ ਸਿਮਰਨ ਦੀ ਗੱਲ ਕਰਦੇ ਹਾਂ ਤੇ ਅਸੀਂ ਦੇਖੀਏ ਕਿ ਇੱਕ ਨਹੀਂ, ਬਹੁਤ ਹਜ਼ਾਰਾਂ ਵਰਸਸ ਗੁਰੂ ਪਾਤਸ਼ਾਹ ਨੇ ਹਜ਼ਾਰਾਂ ਲਾਈਨਾਂ ਦੇ ਵਿੱਚ ਸਿਮਰਨ ਦੀ ਜਿਹੜੀ ਹੈਗੀ ਉਹ ਮਹਿਮਾ ਨੂੰ ਗਾਇਨ ਕੀਤਾ ਆ ਕਿ ਵਾਹਿਗੁਰੂ ਸਿਮਰਨ ਇਜ਼ ਵੈਰੀ ਇੰਪੋਰਟੈਂਟ ਇਨ ਆਵਰ ਲਾਈਫ। ਬਟ ਸਿਮਰਨ ਹੁੰਦਾ ਕੀ ਆ? ਕਿਉਂਕਿ ਇਸ ਦੇ ਨਾਲ ਜਿੱਥੇ ਕੁਝ ਸੰਗਤ ਜਿਹੜੀ ਆ ਉਹ ਸਿਮਰਨ ਨੂੰ ਬਹੁਤ ਪਸੰਦ ਕਰਦੇ ਨੇ, ਬਟ ਕੁਝ ਸੰਗਤ ਇਸ ਤਰ੍ਹਾਂ ਦੀ ਵੀ ਹੈਗੀ ਆ, ਦੇ ਕਹਿੰਦੇ ਦੈਟ ਸਿਮਰਨ ਇਜ਼ ਅ ਰੈਪੀਟੀਸ਼ਨ, ਨੋ ਨੀਡ ਫॉर ਦਿਸ, ਦ ਲਿਟਰਲ ਮੀਨ ਆਫ ਸਿਮਰਨ ਇਜ਼ ਜਸਟ ਰਿਮੈਂਬਰੈਂਸ ਆਫ ਵਾਹਿਗੁਰੂ। ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ ਨੇ, ਉਹਨਾਂ ਦੇ ਮਨ ਦੇ ਵਿੱਚ ਇਹ ਹੁੰਦਾ ਆ ਕਿ ਪਰਮਾਤਮਾ ਦਾ ਨਾਮ ਜਪਣ ਦੀ ਲੋੜ ਨਹੀਂ ਹੈਗੀ, ਕਿਉਂਕਿ ਸਿਮਰਨ ਦਾ ਜਿਹੜਾ ਸ਼ਾਬਦਿਕ ਅਰਥ ਆ ਉਹ ਵਾਹਿਗੁਰੂ ਦੀ ਯਾਦ ਹੈਗੀ ਆ। ਉਹਨਾਂ ਸਾਰੀਆਂ ਚੀਜ਼ਾਂ ਬਾਰੇ ਅੱਜ ਅਸੀਂ ਥੋੜਾ ਡਿਟੇਲ ਚ ਨਹੀਂ ਜਾ ਸਕਦੇ, ਕਿਉਂਕਿ ਸਮੇਂ ਦੀ ਸਾਡੇ ਕੋਲ ਇੱਕ ਸੀਮਾ ਹੈਗੀ ਆ। We have limited time, so we will discuss in brief. So now, why Simran is important? To know this question, we need to understand what is the objective of this human life. ਕਿ ਗੁਰੂ ਪਾਤਸ਼ਾਹ ਨੇ ਜਿਹੜੀ ਸਾਨੂੰ ਇਹ ਦੇਹ ਦਿੱਤੀ ਹੈਗੀ ਆ, ਹਿਊਮਨ ਬੋਡੀ ਦਿੱਤੀ ਆ, ਇਹਦੀ ਇੰਪੋਰਟੈਂਸ ਕੀ ਆ। ਅਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, and Guru Nanak Padshah, he asked one question in the first pauri of Japji Sahib, kiv sachiara hoiye, and the second is kiv koode tutte paal, how to become truthful, ਕਿ ਜ਼ਿੰਦਗੀ ਦੇ ਵਿੱਚ ਸਚਿਆਰ ਕਿਸ ਤਰ੍ਹਾਂ ਬਣਨਾ ਆ, ਤੇ ਆਪਣੇ ਅੰਦਰ ਜਿਹੜੀ ਕੂੜ ਦੀ ਦੀਵਾਰ ਹੈ ਨਾ, ਉਹਨੂੰ ਕਿਸ ਤਰ੍ਹਾਂ ਤੋੜਨਾ ਆ। ਕਿਉਂਕਿ ਗੁਰੂ ਪਾਤਸ਼ਾਹ ਨੇ ਇੱਕ ਆਬਜੈਕਟਿਵ ਦਿੱਤਾ ਆ ਕਿ ਪ੍ਰਾਣੀ ਤੂੰ ਆਇਆ ਲਾਹਾ ਲੈਣ, ਯੂ ਆਰ ਹੇਅਰ ਇਨ ਦਿਸ ਵਰਲਡ ਟੂ ਗੈਟ ਬੈਨੀਫਿਟ। ਇੱਥੇ ਪੜ੍ਹ ਰਹੇ ਆ ਨਾ ਗੁਰੂ ਪਾਤਸ਼ਾਹ ਦਾ ਬਚਨ, ਮਿਲ ਜਗਦੀਸ਼ ਮਿਲਨ ਕੀ ਬਰੀਆ। ਸੋ ਦਿਸ ਇਜ਼ ਦ ਟਾਈਮ ਟੂ ਮੀਟ ਵਾਹਿਗੁਰੂ ਜੀ। ਦਿਸ ਇਜ਼ ਅ ਗੋਲਡਨ ਓਪਰਚੁਨਿਟੀ, ਡੋਂਟ ਮਿਸ ਇਟ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ, ਜਿਉ ਬਨਫਲ ਪਾਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਭਗਤ ਕਬੀਰ ਜੀ ਵੀ ਇੰਪੋਰਟੈਂਸ ਦੱਸਦੇ ਨੇ, ਤੇ ਗੁਰੂ ਪਾਤਸ਼ਾਹ ਕਹਿ ਰਹੇ ਨੇ ਮਿਲ ਜਗਦੀਸ਼ ਮਿਲਨ ਕੀ ਬਰੀਆ। ਇਹ ਵਾਹਿਗੁਰੂ ਨੂੰ ਮਿਲਣ ਦਾ ਸਮਾਂ ਆ, ਚਿਰੰਕਾਲ ਇਹ ਦੇਹ ਸੰਜਰੀਆ, ਕਿ ਬੜੇ ਸਮੇਂ ਤੋਂ ਬਾਅਦ ਨਾਓ ਯੂ ਹੈਵ ਦਿਸ ਹਿਊਮਨ ਬੋਡੀ। ਕਿਉਂਕਿ ਇਸ ਸਾਡੇ ਕੋਲ ਇੰਟੈਲੈਕਟ ਹੈਗਾ, ਸਾਡੇ ਕੋਲ ਮਾਈਂਡ ਹੈਗੀ, ਸਾਡੇ ਕੋਲ ਸੋਲ ਹੈਗੀ, ਸਾਡੇ ਕੋਲ ਬੋਡੀ ਹੈਗੀ ਆ। ਇਹਨਾਂ ਸਾਰੀਆਂ ਚੀਜ਼ਾਂ ਦੇ ਥਰੂ ਅਸੀਂ ਪ੍ਰਮਾਤਮਾ ਨੂੰ ਜਪਣਾ ਆ, ਉਹਨੂੰ ਪਾਉਣਾ ਆ। ਗੁਰਬਾਣੀ ਚ ਗੁਰੂ ਪਾਤਸ਼ਾਹ ਦਾ ਫਰਮਾਨ ਆ, ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ ਮਿਲਣ ਦਾ ਵੇਲਾ ਆ। ਕਿਉਂਕਿ ਜਿਹਦੇ ਤੋਂ ਅਸੀਂ ਵਿਛੜੇ ਆ ਨਾ, ਅਸੀਂ ਉਹਨੂੰ ਮਿਲਣਾ ਆ ਇਸ ਜਨਮ ਦੇ ਵਿੱਚ। ਜਾਹੀ ਕੇ ਸੰਗ ਵਿਛੜਾ ਤਾਹੀ ਕੇ ਸੰਗ ਲਾਗ। ਭਗਤ ਕਬੀਰ ਜੀ ਦਾ ਬਹੁਤ ਸੋਹਣਾ ਇਸ ਤੇ ਪਰਥਾਏ ਸ਼ਲੋਕ ਆ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਸੂਤਾ ਮੀਨਸ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਅਧਿਆਤਮਕ ਨੀਂਦ ਆ, ਅਸੀਂ ਜਾਗਰਤ ਆ, ਅਸੀਂ ਹੁਣ ਇਸ ਵੇਲੇ ਸਾਰੇ ਜਾਗੇ ਹੋਏ ਆ, ਬਟ ਅਕੋਰਡਿੰਗ ਟੂ ਗੁਰਬਾਣੀ ਜਿਹੜਾ ਬੰਦਾ ਆਤਮਿਕ ਤੌਰ ਤੇ ਨਹੀਂ ਜਾਗਦਾ, ਉਹ ਵੀ ਸੁੱਤਾ ਹੈਗਾ ਆ। That person ਮਨ ਸੋਇਆ ਮਾਇਆ ਬਿਸਮਾਤ। When mind is sleeping under the influence of Maya, that is called also sleeping in Gurbani. Kabir sutta kya kare, बैठा रहो और जाग, जाके संग ते बिछड़ा ताही के संग
ਲਾਗ, ਜਿਹਦੇ ਨਾਲੋਂ ਅਸੀਂ ਵਿਛੜੇ ਹੋਏ ਹਾਂ। ਸੋ ਇਹ ਸਾਡਾ ਆਬਜੈਕਟਿਵ ਹੈ ਇਸ ਲਾਈਫ ਦਾ, ਐਂਡ ਵੀ ਰੀਡ ਦਿਸ ਆਬਜੈਕਟਿਵ ਐਵਰੀ ਡੇ ਇਨ ਰਹਿਰਾਸ ਸਾਹਿਬ ਕਿ ਵਾਈ ਵੀ ਆਰ ਹੇਅਰ ਇਨ ਦਿਸ ਵਰਲਡ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਦਿਸ ਇਜ਼ ਦੀ ਓਪਰਚੁਨਿਟੀ ਟੂ ਮੀਟ ਵਾਹਿਗੁਰੂ ਜੀ। ਗੁਰੂ ਪਾਤਸ਼ਾਹ ਨੇ ਆਬਜੈਕਟਿਵ ਦੱਸਤਾ ਸਾਨੂੰ ਜ਼ਿੰਦਗੀ ਦਾ, ਦਿਸ ਇਜ਼ ਯੋਰ ਆਬਜੈਕਟਿਵ। ਨਾਓ ਹਾਊ ਟੂ obtain, how to get, how to reach on this destination। ਗੁਰੂ ਪਾਤਸ਼ਾਹ ਨੇ ਰਸਤਾ ਵੀ ਦੱਸਿਆ ਆ ਕਿ ਰਸਤਾ ਆਬਜੈਕਟਿਵ ਆ ਹੈਗਾ, ਇਹਦਾ ਰਸਤਾ ਆ ਹੈਗਾ, ਤੇ ਇਸ ਰਸਤੇ ਦੀਆਂ ਜਿਹੜੀਆਂ ਚੈਲੰਜਸ ਹੈਗੀਆਂ ਨੇ, ਹਿੰਡਰੈਂਸ ਹੈਗੀਆਂ ਨੇ, ਆਬਸਟੈਕਲਸ ਹੈਗੀਆਂ ਨੇ, that ਗੁਰੂ ਪਾਤਸ਼ਾਹ also explained in ਗੁਰਬਾਣੀ in details ਕਿ what difficulties you will face on this path, ਸਾਰਾ ਕੁਝ ਦੱਸਦੇ ਨੇ। ਤੇ ਉਹਦੇ ਲਈ ਗੁਰੂ ਪਾਤਸ਼ਾਹ ਨੇ ਸਾਨੂੰ ਡਿਫਰੈਂਟ ਜਿਹੜੇ ਹੈਗੇ ਨੇ ਪਾਥ ਦੱਸੇ ਨੇ ਗੁਰਬਾਣੀ ਦੇ ਵਿੱਚ। ਗੁਰੂ ਪਾਤਸ਼ਾਹ ਨੇ ਐਕਸਪਲੇਨ ਕੀਤਾ ਕਿ ਵਾਈ ਵੀ ਰੀਡ ਬਾਣੀ ਐਵਰੀ ਡੇ, ਵਾਈ ਨਿਤਨੇਮ ਇਜ਼ ਸੋ ਇੰਪੋਰਟੈਂਟ। ਜਿਵੇਂ ਅਸੀਂ ਭੋਜਨ ਛਕਦੇ ਹਾਂ ਨਾ, ਭੋਜਨ ਖਾਣਾ ਕਿਉਂ ਜ਼ਰੂਰੀ ਹੈ? ਬਿਕੋਜ਼ ਆਵਰ ਬੋਡੀ ਨੀਡ ਦਾ ਫੂਡ, ਸਿਮਿਲਰਲੀ ਆਵਰ ਸੋਲ ਨੀਡ ਦਾ ਸਪਿਰਿਚੁਅਲ ਫੂਡ। ਸਾਚੇ ਨਾਮ ਕੀ ਲਾਗੇ ਭੂਖ, ਜਦੋਂ ਭੁੱਖ ਲੱਗਦੀ ਆ ਡੈਫੀਨੇਟ ਸੱਚੇ ਨਾਮ ਦੀ, ਫਿਰ ਬਾਣੀ ਪੜ੍ਹਦੇ ਹਾਂ ਅਸੀਂ। ਸਾਧ ਸੰਗਤ ਇਜ਼ ਆਲਸੋ ਵੈਰੀ ਇੰਪੋਰਟੈਂਟ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਵੀ ਰੀਡ ਐਵਰੀ ਡੇ ਇਨ ਬਾਣੀ, ਕਿ ਜਿਹੜਾ ਸਾਧ ਸੰਗਤ ਦੇ ਵਿੱਚ ਆਉਂਦਾ ਆ ਉਹ ਤਰਦਾ ਆ। ਐਂਡ ਸੇਵਾ ਇਜ਼ ਆਲਸੋ ਵੈਰੀ ਇੰਪੋਰਟੈਂਟ ਪਾਰਟ ਆਫ ਸਿੱਖੀ। ਇਹ ਵੀ ਬਹੁਤ ਇੱਕ ਅਹਿਮ ਹਿੱਸਾ ਹੈਗਾ ਸਿੱਖੀ ਦਾ। ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਤਨ ਦੀ ਸੇਵਾ, ਮਨ ਦੀ ਸੇਵਾ, ਧਨ ਦੀ ਸੇਵਾ, ਬਟ ਦ ਆਬਜੈਕਟਿਵ ਆਫ ਸੇਵਾ ਇਜ਼ ਸੇਵਾ ਕਰਤ ਹੋਏ ਨਹਿ ਕਾਮੀ, ਟੂ ਬਿਕਮ ਡਿਜ਼ਾਇਰਲੈਸ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਸਨੂੰ ਫਿਰ ਵਾਹਿਗੁਰੂ ਪ੍ਰਾਪਤ ਹੁੰਦਾ। ਐਂਡ ਦਾ ਲਾਸਟ ਵਨ ਇਜ਼ ਸਿਮਰਨ, ਕਿ ਸਿਮਰਨ ਵੀ ਬਹੁਤ ਇੰਪੋਰਟੈਂਟ ਆ। ਸਾਧ ਸੰਗਤ ਜੀ, ਜਦੋਂ ਸਿਮਰਨ ਦੀ ਗੱਲ ਕਰਦੇ ਆ ਨਾ, ਅਸੀਂ ਜਿਵੇਂ ਸਟਾਰਟਿੰਗ ਤੇ ਵੀ ਗੱਲ ਕੀਤੀ ਸੀ ਕਿ ਕੁਝ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਹੜੇ ਕਹਿੰਦੇ ਓਕੇ ਨੋ ਨੀਡ ਫॉर ਰੈਸੀਟੇਸ਼ਨ ਇਨ ਸਿਮਰਨ, ਕਿ ਸਿਮਰਨ ਦਾ ਜਿਹੜਾ ਲਿਟਰਲ ਮੀਨ ਹੁੰਦਾ ਨਾ, ਉਹ ਵਾਹਿਗੁਰੂ ਦੀ ਯਾਦ ਹੁੰਦੀ ਆ। ਅਸੀਂ ਹੁਣ ਗੱਲ ਕਰਦੇ ਹਾਂ ਇੱਥੇ ਸਿਮਰਨ ਦਾ ਜਿਹੜਾ, ਤੇ ਬਿਲਕੁਲ ਉਹ ਠੀਕ ਨੇ, ਦੇ ਆਰ ਐਬਸੋਲਿਊਟਲੀ ਰਾਈਟ। ਦਾ ਲਿਟਰਲ ਮੀਨ ਆਫ ਸਿਮਰਨ ਇਜ਼ ਯਾਦ ਕਰਨਾ, ਐਂਡ ਦਿਸ ਵਰਡ ਕੇਮ ਫਰੋਮ ਸੰਸਕ੍ਰਿਤ ਵਰਡ ਸਮਰਨ। ਸਮਰਨ ਤੋਂ ਇਹ ਹੁੰਦਾ ਹੈ, ਤਾਂ ਇਸ ਦਾ ਮਤਲਬ ਚੇਤਾ ਕਰਨਾ, ਯਾਦਾਸ਼ਤ ਕਰਨਾ, ਕਿ ਚੇਤਾ ਕਰਨਾ, ਚਿੰਤਨ ਕਰਨਾ, ਸੋਚਣਾ। ਹਰ ਪੇਖਣ ਕੋ ਸਿਮਰਤ ਮਨ ਤੇਰਾ। ਹੁਣ ਇੱਥੇ ਇਹ ਕੁਐਸਚਨ ਖੜਾ ਹੁੰਦਾ ਕਿ ਜਦੋਂ ਅਸੀਂ ਕਹਿੰਦੇ ਸਿਮਰਨ ਕਰਨਾ, ਸਿਮਰਨ ਕਿਸ ਦਾ ਕਰਨਾ ਆ, ਯਾਦ ਕਿਸ ਨੂੰ ਕਰਨਾ ਆ? ਤੇ ਜੇ ਯਾਦ ਕਰਨਾ, ਵਾਈ ਵਾਹਿਗੁਰੂ ਸਿਮਰਨ ਇਜ਼ ਸੋ ਇੰਪੋਰਟੈਂਟ। ਜੇ ਅਸੀਂ ਵਾਹਿਗੁਰੂ ਨੂੰ ਯਾਦ ਕਰਦੇ ਹਾਂ, ਉਹਦਾ ਬੈਨੀਫਿਟ ਕੀ ਹੈਗਾ ਆ? ਸਾਨੂੰ ਸੋਚਣ ਦੀ ਲੋੜ ਆ। ਜਸਟ ਫॉर ਐਗਜ਼ਾਮਪਲ, ਕਿ ਇੱਕ ਇਸ ਤਰ੍ਹਾਂ ਦਾ ਵਾਹਿਗੁਰੂ ਆ ਹੂ ਕ੍ਰੀਏਟਡ ਦਿਸ ਯੂਨੀਵਰਸ, ਹੂ ਕ੍ਰੀਏਟਡ ਡਿਫਰੈਂਟ ਸਪੀਸੀਜ਼, ਐਂਡ he is operating and he is without virtues, he has no attributes। ਉਹ ਰੱਬ ਜਿਸ ਦੇ ਵਿੱਚ ਕੋਈ ਗੁਣ ਹੀ ਨਾ ਹੋਏ, ਜੇ ਉਸ ਨੂੰ ਅਸੀਂ ਯਾਦ ਕਰਾਂਗੇ then we cannot get anything from that kind of ਵਾਹਿਗੁਰੂ ਜੀ। ਬਟ ਗੁਰਬਾਣੀ ਦੇ ਵਿੱਚ ਕੀ ਆ ਕਿ ਪ੍ਰਮਾਤਮਾ ਗੁਣਾਂ ਦਾ ਸਾਗਰ ਆ, ਉਹ ਗੁਣਾਂ ਦਾ ਸਾਗਰ ਆ। ਜਦੋਂ ਭਾਈ ਗੁਰਦਾਸ ਜੀ ਇਸ ਗੱਲ ਦਾ ਬੜਾ ਸੋਹਣਾ ਜ਼ਿਕਰ ਕਰਦੇ ਨੇ ਆਪਣੇ ਕਵਿਤ ਸਵਈਆਂ ਦੇ ਵਿੱਚ, ਮੇਰੇ ਹੈ ਅਵਗੁਣ ਤੂੰ ਗੁਣ ਸਾਗਰ, ਯੂ ਆਰ ਓਸ਼ਨ ਆਫ ਵਰਚੂਸ, ਗੁਣਾਂ ਦਾ ਸਾਗਰ ਆ। ਜਾਤ ਰਸਾਤਲ ਓਟ ਤਿਹਾਰੀ, ਕਿ ਮੈਨੂੰ ਆਈ ਹੈਵ ਯੂਅਰ ਸਪੋਰਟ। ਜਦੋਂ ਅਸੀਂ ਵਾਹਿਗੁਰੂ ਨੂੰ ਯਾਦ ਕਰਨਾ, ਉਹਦਾ ਸਿਮਰਨ ਕਰਨਾ, ਅਸੀਂ ਉਸਦੇ ਗੁਣਾਂ ਨੂੰ ਯਾਦ ਕਰਨਾ ਆ। ਹਰ ਪੇਖਣ ਕੋ ਸਿਮਰਤ ਮਨ ਮੇਰਾ, ਮੇਰਾ ਮਨ ਜਿਹੜਾ ਹੈਗਾ ਉਹ ਵਾਹਿਗੁਰੂ ਦੇ ਦਰਸ਼ਨਾਂ ਨੂੰ ਵੇਖਣਾ ਚਾਹੁੰਦਾ ਆ। ਸੋ ਵਾਈ ਵਾਹਿਗੁਰੂ ਦਰਸ਼ਨ ਇਜ਼ ਸੋ ਇੰਪੋਰਟੈਂਟ, ਕਿਉਂਕਿ ਜਦੋਂ ਅਸੀਂ ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣਾਂ ਨੂੰ ਧਾਰਨ ਕਰਨ ਤੋਂ ਬਿਕਾਰ, ਵਿਦਾਊਟ instilling the values, the virtues within us, it is very difficult to walk on the path of ਸਿੱਖੀ। ਸੋ ਗੁਰੂ ਪਾਤਸ਼ਾਹ ਕਹਿ ਰਹੇ ਕਿ ਤੂੰ ਗੁਣਾਂ ਨੂੰ ਧਾਰਨ ਕਰਿਆ ਕਰ। ਈਸਟ ਕਾ ਨਾਮ ਅਥਵਾ ਗੁਣ ਮਨ ਦੀ ਵ੍ਰਿਤੀ ਇਕਾਗਰ ਕਰਕੇ ਯਾਦ ਕਰਨਾ। ਸਾਧ ਸੰਗਤ ਜੀ, ਇਹ ਬਹੁਤ ਇੰਪੋਰਟੈਂਟ ਆ ਕਿ ਜਦੋਂ ਅਸੀਂ ਸਿਮਰਨ ਕਰਨਾ, ਸਾਡਾ ਫੋਕਸ ਵਾਹਿਗੁਰੂ ਦੇ ਉੱਤੇ ਹੋਣਾ ਚਾਹੀਦਾ, ਉਹਦੇ ਗੁਣਾਂ ਉੱਤੇ ਹੋਣਾ ਚਾਹੀਦਾ ਆ, ਕਿ ਉਹ ਬਹੁਤ ਪਿਆਰ ਕਰਨ ਵਾਲਾ ਆ, ਉਹ ਦਇਆ ਕਰਨ ਵਾਲਾ ਆ, ਉਹ ਦਿਆਲੂ ਆ, ਉਹ ਕਿਰਪਾਲੂ ਆ। ਉਹ ਫਿਰ ਸਾਰੇ ਗੁਣ ਸਾਡੇ ਅੰਦਰ ਵੀ ਆਉਣਗੇ, ਕਿਉਂਕਿ ਅਸੀਂ ਹਮ ਅਵਗੁਣ ਪਰੇ ਏਕ ਗੁਣ ਨਾਹੀਂ। ਇਹਨਾਂ ਅਵਗੁਣਾਂ ਨੂੰ ਧੋਣ ਦੇ ਲਈ ਸਾਨੂੰ ਵਾਹਿਗੁਰੂ ਦੇ ਗੁਣਾਂ ਨੂੰ ਯਾਦ ਕਰਨਾ ਪਏਗਾ। ਹੁਣ ਇੱਥੇ ਇੱਕ ਬਹੁਤ ਇੰਪੋਰਟੈਂਟ ਸਾਧ ਸੰਗਤ ਜੀ ਪ੍ਰਸ਼ਨ ਖੜਾ ਹੋ ਰਿਹਾ ਕਿ ਠੀਕ ਆ, ਸਿਮਰਨ ਪ੍ਰਮਾਤਮਾ ਦੀ ਯਾਦ ਆ, ਤੇ ਜਿਹਦੀ ਯਾਦ ਮਨ 'ਚ ਵਸੇ ਨਾ, ਸਭ ਤੋਂ ਪਹਿਲਾਂ ਹੁੰਦਾ ਕਿ ਉਹ ਸਾਡੇ ਅੰਦਰ ਵਸ ਜਾਂਦੀ ਆ ਚੀਜ਼, ਫਿਰ ਉਸਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਜਿਵੇਂ ਇੱਕ ਮਾਂ ਬੱਚੇ ਨੂੰ
ਉਸ ਦਾ ਨਾਮ ਲੈ ਕੇ ਨਹੀਂ ਸਿਮਰਦੀ। ਉਹ ਬੱਚੇ ਦੀ ਯਾਦ ਉਸ ਮਾਂ ਦੇ ਅੰਦਰ ਵਸੀ ਹੋਈ ਹੈ। ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ ਕਿ ਜਿਹੜਾ ਸਾਡੇ ਅੰਦਰ ਵਸੇ ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ, ਉਹ ਸਾਨੂੰ spontaneously without putting in any effort we remember that person। ਇਸੇ ਤਰ੍ਹਾਂ ਜੇ ਵਾਹਿਗੁਰੂ ਸਾਡੇ ਅੰਦਰ ਵਸੇ ਨਾ ਫਿਰ ਉਹਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਇਸ ਲਈ ਜਿੰਨਾ ਚਿਰ ਤੱਕ ਉਹ ਯਾਦ ਸਾਡੇ ਅੰਦਰ ਨਹੀਂ ਹੈਗੀ, ਉਸ ਦੇ ਲਈ ਗੁਰਬਾਣੀ ਚ ਗੁਰੂ ਪਾਤਸ਼ਾਹ ਨੇ ਡਿਫਰੈਂਟ ਸਟੈਪਸ ਦਿੱਤੇ ਨੇ। ਤੇ ਪਹਿਲਾ ਸਟੈਪ ਹੈਗਾ ਆ ਕਿ ਉਸ ਯਾਦ ਨੂੰ ਮਨ ਚ ਵਸਾਉਣ ਦੇ ਲਈ ਤੈਨੂੰ ਜਪਣਾ ਪੈਣਾ ਆ। ਯੂ ਨੀਡ ਟੂ ਰਿਸਾਈਟ ਦ ਨੇਮ ਆਫ ਵਾਹਿਗੁਰੂ। ਇਹ ਜੇਬਾਂ ਦੇ ਨਾਲ, ਇਹ ਰਸਨਾ ਦੇ ਨਾਲ। ਤੇ ਜਿਹੜਾ ਸਭ ਤੋਂ ਪਹਿਲਾ ਫਰਸਟ ਸਟੈਪ ਹੈਗਾ ਆ, ਫਰਸਟ ਸਟੇਜ ਆਫ ਸਿਮਰਨ ਇਜ਼ ਵੀ ਨੀਡ ਟੂ ਰਿਸਾਈਟ ਦ ਨੇਮ ਆਫ ਵਾਹਿਗੁਰੂ ਜੀ। ਇਹ ਜ਼ੁਬਾਨ ਦੇ ਨਾਲ ਸਾਨੂੰ ਜਪਣਾ ਪੈਣਾ ਆ, ਰਸਨਾ ਸੱਚਾ ਸਿਮਰੀਏ। ਇੱਥੇ ਸਾਧਕ ਨੂੰ ਬਹੁਤ ਡਿਫਿਕਲਟੀ ਆਏਗੀ। ਇੱਥੇ ਸਾਨੂੰ ਸਹਿਜਤਾ ਦੇ ਨਾਲ ਚੱਲਣ ਦੀ ਲੋੜ ਹੈ ਸਾਧ ਸੰਗਤ ਜੀ। No need to rush, just keep patient and walk slowly, take baby step। ਕਿਉਂਕਿ ਜੇ ਪਹਿਲੇ ਦਿਨ just for example ਕਿਸੇ ਨੂੰ ਕਹੋ let's go for a walk and walk 10 kilometers for one day, okay, in the beginning it will be very difficult for a person। ਜੇ ਕਿਸੇ ਨੂੰ ਇੱਕ ਦਿਨ ਲੈ ਜਾਈਏ 10 ਕਿਲੋਮੀਟਰ ਜਾ ਕੇ ਤੂੰ ਸੈਰ ਕਰ ਦੌੜ, ਕੋਈ ਬੰਦਾ ਨਹੀਂ ਕਰ ਪਾਏਗਾ। ਇਸ ਲਈ ਜਦੋਂ ਰਸਨਾ ਦੇ ਨਾਲ ਕਰਨਾ ਨਾ ਸ਼ੁਰੂ, ਰਸਨਾ ਕਈ ਵਾਰੀ ਕੰਫਰਟੇਬਲ ਨਹੀਂ ਫੀਲ ਕਰਦੀ। ਥੋੜਾ ਸ਼ੁਰੂ ਕਰੀਏ, ਬੇਬੀ ਸਟੈਪ ਲਈਏ, ਬਟ ਸ਼ੁਰੂ ਰਸਨਾ ਤੋਂ ਕਰਨਾ ਪੈਣਾ ਆ। ਉਸ ਦੀ ਯਾਦ ਸਪੋਜ਼ ਜਸਟ ਫॉर ਐਗਜ਼ਾਮਪਲ ਇਟ ਇਜ਼ ਔਨ ਦ 5th ਲੈਵਲ ਤੇ ਪਹੁੰਚਣ ਲਈ ਡੈਫੀਨੇਟਲੀ ਵੀ ਵਿਲ ਗੋ ਥਰੂ ਦਾ ਡਿਫਰੈਂਟ ਲੈਵਲ, 1st, 2nd, 3rd and 4th। ਅਸੀਂ ਇਸ ਤਰ੍ਹਾਂ ਨਹੀਂ ਹੁੰਦਾ ਕਿ 5ਵੇਂ ਲੈਵਲ ਤੇ ਸਿੱਧੇ ਪਹੁੰਚ ਜਾਈਏ, ਸਾਨੂੰ ਇੱਕ ਪ੍ਰੋਸੈਸ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ। ਦਾ ਫਰਸਟ ਪ੍ਰੋਸੈਸ ਆਫ ਸਿਮਰਨ ਇਜ਼ ਰਸਨਾ ਦੇ ਨਾਲ। ਰਸਨਾ ਜਪਤੀ ਤੂੰ ਹੀ ਰਸਨਾ ਦੇ ਨਾਲ ਜਪਣਾ ਪੈਣਾ ਸਾਧ ਸੰਗਤ ਜੀ। ਰਸਨਾ ਜਪ ਜੀਵੇ ਸੁਆਮੀ। ਇਸ ਰਸਨਾ ਦੇ ਨਾਲ ਵਾਹਿਗੁਰੂ ਕਰਨਾ ਪੈਣਾ ਆ। ਇਟ ਇਜ਼ ਵੈਰੀ ਇੰਪੋਰਟੈਂਟ। ਹੁਣ ਜਦੋਂ ਰਸਨਾ ਤੋਂ ਅਗਲਾ ਸਟੈਪ ਕਿਹੜਾ ਹੈਗਾ, ਫਿਰ ਅਗਲੀ ਸਟੇਜ ਕਿਹੜੀ ਹੈਗੀ ਆ? ਰਸਨਾ ਨੇ ਸ਼ੁਰੂ ਕੀਤਾ 1 ਮਿੰਟ ਦੇ ਲਈ, ਜਸਟ ਫॉर ਐਗਜ਼ਾਮਪਲ 1 ਮਿੰਟ, ਫਿਰ 2 ਮਿੰਟ, ਫਿਰ 3 ਮਿੰਟ, ਫਿਰ ਅਗਲਾ ਹੋ ਜਾਣਾ ਸਿਮਰਨ ਸਾਡੇ ਅੰਦਰ ਤੱਕ ਚਲਾ ਜਾਣਾ ਆ। ਫਿਰ ਰਸਨਾ ਵੀ ਜਪੇਗੀ ਤੇ ਹਿਰਦੇ ਤੱਕ ਸਿਮਰਨ ਪਹੁੰਚੇਗਾ। ਵਾਹੋ ਹਿਰਦੇ ਉਚਰਾ ਮੁਖੋ ਵੀ ਵਾਹੋ ਕਰਿਓ। ਸਿਮਰਨ ਜੀਭ ਦੇ ਨਾਲ ਵੀ ਚੱਲ ਰਿਹਾ ਤੇ ਹਿਰਦੇ ਨਾਲ ਵੀ ਚੱਲ ਰਿਹਾ। ਹੁਣ ਜਿਹੜਾ ਸਾਡਾ ਕਨੈਕਸ਼ਨ ਆ ਸਿਮਰਨ ਦੇ ਨਾਲ, ਇਹ ਡੀਪਰ ਹੋ ਚੁੱਕਾ ਆ। ਪਹਿਲਾਂ ਕੱਲੀ ਜ਼ੁਬਾਨ ਜਪ ਰਹੀ ਸੀ, ਹੁਣ ਹਿਰਦਾ ਜਪ ਰਿਹਾ ਆ। ਸਮਟਾਈਮ ਜਿਹੜੇ ਸਾਧਕ ਹੁੰਦੇ ਨੇ ਦੇ ਆਰ ਨੋਟ ਰਿਸਾਈਟਿੰਗ ਈਵਨ, ਉਹਨਾਂ ਦੇ ਹਿਰਦੇ ਦੇ ਵਿੱਚ ਚੱਲ ਰਿਹਾ ਆ, ਬਿਕੋਜ਼ ਦ ਕਨੈਕਸ਼ਨ ਇਜ਼ ਦੇਅਰ, ਦੇ ਹੈਵ ਕਨੈਕਟਡ ਵਿਦ ਦ ਵਾਹਿਗੁਰੂ। ਮਨ ਤਨ ਰਸਨਾ ਨਾਮ ਧਿਆਇਆ। ਇਹ ਮਨ ਦੇ ਨਾਲ, ਤਨ ਦੇ ਨਾਲ, ਰਸਨਾ ਦੇ ਵਿੱਚ ਫਿਰ ਇੱਥੇ ਸਿਮਰਨ ਦਾ ਆਨੰਦ ਹੋਣਾ ਸ਼ੁਰੂ ਹੋ ਜਾਂਦਾ ਸਾਧਕ ਨੂੰ। ਫਿਰ ਇਸ ਤੋਂ ਅਗਲੀ ਸਟੇਜ ਦਾ ਗੁਰੂ ਪਾਤਸ਼ਾਹ ਜ਼ਿਕਰ ਕਰਦੇ ਨੇ ਗੁਰਬਾਣੀ ਦੇ ਵਿੱਚ ਕਿ ਅਗਲੀ ਸਟੇਜ ਸਿਮਰਨ ਦੀ ਕਿਹੜੀ ਹੈਗੀ ਆ। ਪਹਿਲੀ ਸੀ ਰਸਨਾ ਦੇ ਨਾਲ, ਹੁਣ ਹਿਰਦੇ ਚ ਵਸ ਗਿਆ। ਫਿਰ ਮਨ ਤਨ ਰਸਨਾ ਸਭ ਦੇ ਵਿੱਚ ਵਾਹਿਗੁਰੂ ਚੱਲ ਰਿਹਾ ਆ। ਹੁਣ ਅਗਲੀ ਜਿਹੜੀ ਆ ਉਹ ਗੁਰਮੁਖਾਂ ਦੀ ਅਵਸਥਾ ਆਉਂਦੀ ਆ ਅਕੋਰਡਿੰਗ ਟੂ ਗੁਰਬਾਣੀ। ਗੁਰਮੁਖ ਰੋਮ ਹਰ ਧਿਆਵੇ। ਦਿਸ ਇਜ਼ ਵੈਰੀ ਇੰਪੋਰਟੈਂਟ ਸਾਧ ਸੰਗਤ ਜੀ। ਮੇਰੀ ਬੇਨਤੀ ਆ ਉਹਨਾਂ ਨੂੰ ਜਿਹੜੇ ਕਹਿੰਦੇ ਨੇ ਕਿ ਜ਼ੁਬਾਨ ਦੇ ਨਾਲ ਜਪਣ ਦੀ ਲੋੜ ਨਹੀਂ। ਗੁਰਬਾਣੀ ਦੇ ਵਿੱਚ ਤੇ ਗੁਰੂ ਪਾਤਸ਼ਾਹ ਕਹਿੰਦੇ ਆ ਜਦੋਂ ਇਸ ਅਵਸਥਾ ਤੇ ਪਹੁੰਚ ਜਾਏਗਾ ਨਾ, ਕੱਲੀ ਜ਼ੁਬਾਨ ਨਹੀਂ, ਤੇਰਾ ਇੱਕ ਰੋਮ ਵੀ ਉਸ ਵਾਹਿਗੁਰੂ ਨੂੰ ਯਾਦ ਕਰੇਗਾ। ਤੇ ਜਿਹੜਾ ਰੋਮ ਯਾਦ ਕਰਦਾ ਨਾ, ਉਹਨੂੰ ਪੁੱਛ ਕੇ ਦੇਖਣਾ ਕਦੀ ਕਿ ਉਸਨੇ ਰਸਨਾ ਦੇ ਨਾਲ ਵਾਹਿਗੁਰੂ ਨੂੰ ਯਾਦ ਕੀਤਾ ਕਿ ਨਹੀਂ ਕੀਤਾ। ਤੇ ਇੱਥੇ ਫਿਰ it becomes a effortless effort। We don't need to put any effort in the beginning। Definitely we need to put an effort। ਮੁਸ਼ੱਕਤ ਕਰਨੀ ਪਏਗੀ। ਜਿੰਨੀ ਨਾਮ ਧਿਆਇਆ ਗੇ ਮੁਸ਼ੱਕਤ ਕਾਲ। ਗੁਰੂ ਪਾਤਸ਼ਾਹ ਕਹਿੰਦੇ it is difficult। ਇਹ ਘਾਲਣਾ ਥੋੜੀ ਔਖੀ ਆ, ਘਾਲਣਾ ਪਏਗਾ। You need to be strong। ਠੀਕ ਹੈ, ਤੈਨੂੰ ਤਾਕਤਵਰ ਹੋਣਾ ਪਏਗਾ ਕਿਉਂਕਿ ਮਾਈਂਡ ਦੇ ਉੱਤੇ ਬੜੀ ਮੈਲ ਚੜੀ ਹੋਈ ਆ। ਜਨਮ ਇਸ ਜਿਹੜੀ ਆ ਇਹਨੂੰ ਮੈਲ ਲੱਗੀ ਹੋਈ ਆ ਤੇ ਉਹਨੂੰ ਲਾਉਣਾ ਪਏਗਾ। ਫਿਰ ਤੇਰਾ ਗੁਰਮੁਖ ਰੋਮ ਹਰ ਧਿਆਵੇ। ਇੱਥੇ ਤੇ ਗੁਰਮੁਖ ਜਿਹੜਾ ਰੋਮ ਦੇ ਨਾਲ ਵਾਹਿਗੁਰੂ ਦਾ ਨਾਮ ਧਿਆ ਰਿਹਾ ਆ। ਤੇ ਅਸੀਂ ਇਹ ਕਹਿ ਦਿੰਦੇ ਹਾਂ ਕਿ ਜ਼ੁਬਾਨ ਦੇ ਨਾਲ ਕੋਈ ਲੋੜ ਨਹੀਂ। ਸਾਧ ਸੰਗਤ ਜੀ, ਕਦੀ ਵੀ ਜੇ ਅਸੀਂ ਨਹੀਂ ਜਪਦੇ ਨਾ ਤੇ ਪਲੀਜ਼ ਜਿਹੜਾ ਜਪ ਰਿਹਾ, ਸਾਨੂੰ ਇਹ ਵੀ ਹੱਕ ਨਹੀਂ ਹੈਗਾ ਕਿ ਉਸਨੂੰ ਕ੍ਰਿਟੀਸਾਈਜ਼ ਕਰੀਏ। ਜੇ ਆਪ ਨਹੀਂ ਜਪ ਸਕਦੇ ਤੇ ਦੂਸਰੇ ਨੂੰ ਵੀ, ਕਿਉਂਕਿ ਅਕੋਰਡਿੰਗ ਟੂ ਬਾਣੀ ਇਹ ਮੇਰਾ
ਪਰਸਨਲ ਵਿਊ ਨਹੀਂ ਹੈਗਾ, ਗੁਰੂ ਪਾਤਸ਼ਾਹ ਨੇ ਰਸਨਾ ਦੀ ਇੰਪੋਰਟੈਂਸ ਵੀ ਬਿਆਨ ਕੀਤੀ ਹੈ। ਤੇ ਰੋਮ ਤੱਕ ਪਹੁੰਚਣ ਲਈ ਦਾ ਫਰਸਟ ਸਟੇਜ ਇਜ਼ ਰਸਨਾ। ਤੇ ਕ੍ਰਿਟੀਸਾਈਜ਼ ਉਹ ਕਰਦਾ ਜਿਹੜਾ ਆਪ ਨਹੀਂ ਕਰਦਾ, ਜਿਹੜਾ ਕਰ ਰਿਹਾ ਨਾ ਉਹ ਦੂਜੇ ਨੂੰ ਵੀ ਇੰਸਪਾਇਰ ਕਰ ਰਿਹਾ ਆ। ਅਜੱਪਾ ਜਾਪ ਨਾ ਵਿਸਰੇ, ਆਦ ਜੁਗਾਦ ਸਮਾਏ। ਇਹ ਫਿਰ ਵਿਸਰਦਾ ਨਹੀਂ ਆ। ਸੋ ਇਟ ਇਜ਼ ਅ ਪਰਮਾਨੈਂਟ ਕਨੈਕਸ਼ਨ। ਇਹ ਸਾਡਾ ਤੇ ਵਾਹਿਗੁਰੂ ਦੇ ਨਾਲ ਇੱਕ ਬਹੁਤ ਹੀ ਡੂੰਘਾ ਰਿਸ਼ਤਾ ਪੈ ਜਾਂਦਾ ਆ। ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਯਾਦ ਕਰਦੀ ਹੋਈ ਨਾ ਭੁੱਲਦੀ ਨਹੀਂ ਆ, ਇਸ ਤਰ੍ਹਾਂ ਹੀ ਵਾਹਿਗੁਰੂ ਹਮੇਸ਼ਾ ਸਾਡੀ ਸੁਰਤ ਦੇ ਵਿੱਚ ਰਹਿੰਦਾ ਆ। ਇੱਥੇ ਸਾਧ ਸੰਗਤ ਜੀ ਇੱਕ ਛੋਟੀ ਜਿਹੀ ਸਾਖੀ ਤੁਹਾਡੇ ਨਾਲ, ਇੱਕ ਇਸਲਾਮਿਕ ਕੋਈ ਮੌਲਵੀ ਨੇ, ਆਈ ਥਿੰਕ ਪਾਕਿਸਤਾਨ ਤੋਂ ਹੈਗੇ ਨੇ, ਉਹਨਾਂ ਦੀ ਤੁਸੀਂ ਉਹ ਛੋਟਾ ਜਿਹਾ ਇੱਕ ਕਲਿੱਪ ਆਇਆ ਸੀ ਸਿਮਰਨ ਨੂੰ ਲੈ ਕੇ। ਉਹ ਸਾਰਿਆਂ ਨੇ ਹੋ ਸਕਦਾ ਤੁਸੀਂ ਦੇਖਿਆ ਵੀ ਹੋਵੇ, ਸੁਣਿਆ ਵੀ ਹੋਵੇ। ਉਹ ਤੁਹਾਡੇ ਨਾਲ ਮੈਂ ਫੇਰ ਸ਼ੇਅਰ ਕਰਨਾ ਬੜਾ ਹੀ ਜ਼ਰੂਰੀ ਸਮਝਾਂਗਾ, ਕਿਉਂਕਿ ਉਹ ਬਹੁਤ ਹੀ ਮਨ ਨੂੰ ਟੁੰਬਣ ਵਾਲਾ ਹੈ। 1 ਮਿੰਟ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ। ਉਹ ਕਹਿੰਦੇ ਇੱਕ ਸਾਧਕ ਸੀ, ਉਹ ਰੋਜ਼ ਅੱਲਾ ਅੱਲਾ ਕਰਦਾ ਸੀ। ਅੱਲਾ ਅੱਲਾ ਕਰਦੇ ਆ ਨਾ, ਕਿਸੇ ਨੇ ਕਿਹਾ ਤੂੰ ਰੋਜ਼ ਅੱਲਾ ਅੱਲਾ ਕਰਦਾ, ਤੇਰਾ ਅੱਲਾ ਤੇ ਤੈਨੂੰ ਜਵਾਬ ਹੀ ਨਹੀਂ ਦਿੰਦਾ, ਤੂੰ ਤੇ ਆਪਣਾ ਟਾਈਮ ਵੇਸਟ ਕਰਦਾ ਰਹਿਣਾ। ਤੇ ਉਸਨੇ ਨਾ ਅੱਲਾ ਅੱਲਾ ਕਰਨਾ ਛੱਡਤਾ। ਤੇ ਕਹਿੰਦੇ ਇੱਕ ਦਿਨ ਨਾ ਉਸਨੂੰ ਅੱਲਾ ਦੀ ਆਵਾਜ਼ ਆਈ, ਕਹਿੰਦੇ ਕੀ ਹੋਇਆ, ਤੂੰ ਹੁਣ ਮੇਰਾ ਸਿਮਰਨ ਨਹੀਂ ਕਰਦਾ, ਅੱਲਾ ਅੱਲਾ ਨਹੀਂ ਕਰਦਾ। ਕਹਿੰਦੇ ਅੱਲਾ ਅੱਲਾ ਜੀ ਮੈਂ ਕੀ ਕਰਨਾ ਸੀ, ਤੁਹਾਡਾ ਮੈਂ ਨਾਮ ਕੀ ਲੈਣਾ ਸੀ, ਤੁਸੀਂ ਤੇ ਮੇਰਾ ਅੱਲਾ ਕਦੀ ਕਬੂਲ ਹੀ ਨਹੀਂ ਕੀਤਾ, ਤੁਸੀਂ ਤੇ ਮੈਨੂੰ ਕਦੀ ਜਵਾਬ ਹੀ ਨਹੀਂ ਦਿੱਤਾ। ਉਹ ਕਹਿੰਦੇ ਭਲਿਆ ਜਦੋਂ ਤੂੰ ਪਹਿਲੀ ਵਾਰੀ ਅੱਲਾ ਕਹਿੰਦਾ ਨਾ ਤੇ ਮੈਂ ਕਬੂਲ ਕਰਦਾ ਤੇ ਤੂੰ ਦੂਸਰੀ ਵਾਰੀ ਕਹਿ ਸਕਦਾ ਆ, ਮੈਂ ਤੈਨੂੰ ਅਲਾਓ ਕਰਦਾ ਤੇ ਤੂੰ ਦੂਸਰੀ ਵਾਰੀ ਕਹਿ ਸਕਦਾ ਆ। ਸਾਧ ਸੰਗਤ ਜੀ, ਜਦੋਂ ਅਸੀਂ ਸਿਮਰਨ ਕਰਦੇ ਹਾਂ ਇਹ ਵੀ ਸਾਨੂੰ ਜਾਣਨਾ ਜ਼ਰੂਰੀ ਹੈ, ਕਿਉਂਕਿ ਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਸਾਨੂੰ ਇਹ ਦੱਸ ਦਿੱਤਾ ਹੈ, ਜਦੋਂ ਤੂੰ ਸਿਮਰਨ ਕਰਦਾ ਕਦੀ ਇਹ ਨਾ ਸੋਚੀ, ਐਫਰਟ ਠੀਕ ਹੈ, ਐਫਰਟ ਇਜ਼ ਵੈਰੀ ਇੰਪੋਰਟੈਂਟ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਂ ਕੇ ਲਾਗੋ ਪਾਏ। ਜਿਹਨੂੰ ਆਪ ਸਿਮਰਾਉਂਦਾ ਆ, ਜਿਹਦੇ ਦੇ ਉੱਤੇ ਆਪ ਬਖਸ਼ਿਸ਼ ਕਰਦਾ ਆ, ਬਟ ਸਟਾਰਟਿੰਗ ਤੇ ਐਫਰਟ ਪਾਉਣਾ ਪਏਗਾ। ਜਦੋਂ ਗੁਰਮੁਖ ਰੋਮ ਧਿਆਵੇ ਵਾਲੀ ਅਵਸਥਾ ਆਏਗੀ ਨਾ, ਫਿਰ ਹੋਏਗਾ ਕਿ ਇਹ ਵਾਹਿਗੁਰੂ ਦੀ ਦਾਤ ਸੀ, ਨਹੀਂ ਤੇ ਮੇਰੇ ਅੰਦਰ ਤੇ ਕੋਈ ਕੈਪੈਸਿਟੀ ਹੈ ਹੀ ਨਹੀਂ ਸੀ। ਇਹ ਵਾਹਿਗੁਰੂ ਨੇ ਮੈਨੂੰ ਬਖਸ਼ਿਆ। ਅੱਲਾ ਜਵਾਬ ਦਿੰਦਾ, ਵਾਹਿਗੁਰੂ ਜਵਾਬ ਦਿੰਦਾ। ਸਾਧ ਸੰਗਤ ਜੀ ਅੱਜ ਅਸੀਂ ਤੇ ਜੁੜ ਬੈਠੇ ਆ ਨਾ, ਇਹ ਵਾਹਿਗੁਰੂ ਦੀ ਕਿਰਪਾ ਆ। ਐਫਰਟ ਸਾਡਾ ਹੋ ਸਕਦਾ ਆ, ਬਟ ਇਸ ਐਫਰਟ ਦੇ ਪਿੱਛੇ ਵੀ ਵਾਹਿਗੁਰੂ ਦੀ ਬਖਸ਼ਿਸ਼ ਆ, ਉਹਦੀ ਨਜ਼ਰ ਆ। ਇਸ ਤਰੀਕੇ ਨਾਲ ਸਮਝਣਾ। ਹੁਣ ਅਗਲਾ ਜਿਹੜਾ ਪ੍ਰਸ਼ਨ ਹੈਗਾ ਸਾਧ ਸੰਗਤ ਜੀ, ਦੈਟ ਇਜ਼ ਵੈਰੀ ਇੰਪੋਰਟੈਂਟ, ਕਿ ਰਸਨਾ ਦੇ ਨਾਲ ਧਿਆਉਣਾ, ਫਿਰ ਹਿਰਦੇ 'ਚ ਜਾਣਾ, ਫਿਰ ਰੋਮ ਤੱਕ ਅਸੀਂ ਪਹੁੰਚ ਜਾਣਾ ਆ। ਫਿਰ ਟੈਕਨੀਕ ਆਫ ਸਿਮਰਨ ਕੀ ਹੈਗੀ ਹੈ, ਦਿਸ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਡਿਫਰੈਂਟ ਟੈਕਨੀਕਸ ਸੰਗਤ ਕਰ ਰਹੀ ਹੁੰਦੀ ਹੈ, ਟਰਾਈ ਕਰਦੇ ਹਾਂ ਅਸੀਂ। ਕੁਝ ਵਿਸ਼ਵਾਸ ਕਰਦੇ ਨੇ ਕਿ ਸਾਹਾਂ ਦੇ ਨਾਲ ਸਾਨੂੰ ਵਾਹਿਗੁਰੂ ਨੂੰ ਸਿਮਰਨਾ ਚਾਹੀਦਾ ਆ। ਉਹਨਾਂ ਦੀ ਇੱਕ ਟੈਕਨੀਕ ਹੈਗੀ ਆ, ਜਦੋਂ ਅਸੀਂ ਸਾਹ ਅੰਦਰ ਲੈ ਰਹੇ ਹਾਂ, ਵੈਨ ਵੀ ਇਨਹੇਲ the breath, then we should say ਵਾਹ। ਐਕਸੇਲ ਕਰਦੇ ਹਾਂ ਤੇ ਗੁਰੂ। ਬਟ ਜਦੋਂ ਅਸੀਂ ਟੈਕਨੀਕ ਦੀ ਗੱਲ ਕਰਨੀ ਆ ਸਾਧ ਸੰਗਤ ਜੀ, ਉਦੋਂ ਸਾਡੇ ਲਈ ਪੈਰਾਮੀਟਰ ਕੀ ਆਫ ਟੈਕਨੀਕ, ਦੈਟ ਇਜ਼ ਵੈਰੀ ਇੰਪੋਰਟੈਂਟ। ਜੇ ਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦੀ ਟੈਕਨੀਕ ਦੱਸੀ ਆ ਕਿ ਸਾਹ ਅੰਦਰ ਖਿੱਚਣ ਲੱਗਿਆ ਵਾਹ ਕਹਿਣਾ ਹੈ ਤੇ ਬਾਹਰ ਕੱਢਣ ਲੱਗਿਆ ਗੁਰੂ ਕਹਿਣਾ ਆ, ਸੋ ਡੈਫੀਨੇਟਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛਣਾ ਚਾਹੀਦਾ ਕਿ ਗੁਰੂ ਪਾਤਸ਼ਾਹ ਸਾਨੂੰ ਕੀ ਕਹਿ ਰਹੇ ਨੇ, ਗੁਰੂ ਪਾਤਸ਼ਾਹ ਸਾਨੂੰ ਕਿਸ ਟੈਕਨੀਕ ਦੀ ਦੱਸ ਪਾ ਰਹੇ ਨੇ। ਠੀਕ ਹੈ, ਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਸਾਥ ਸਾਥ ਸਿਮਰੋ ਗੋਬਿੰਦ। ਹੁਣ ਸਾਥ ਸਾਹਾਂ ਦੇ ਉੱਤੇ ਵੀ ਸ਼ੁੱਡ ਫੋਕਸ ਔਨ ਦਾ ਬ੍ਰੈਥ ਔਰ ਵੀ ਸ਼ੁੱਡ ਫੋਕਸ ਔਨ ਦਾ ਗੋਬਿੰਦ। ਵੀ ਨੀਡ ਟੂ ਅੰਡਰਸਟੈਂਡ ਕਿ ਜੇ ਸਾਹਾਂ ਦੇ ਉੱਤੇ ਫੋਕਸ ਕਰਨਾ, ਡੈਫੀਨੇਟਲੀ ਗੁਰੂ ਪਾਤਸ਼ਾਹ ਵੁੱਡ ਹੈਵ ਐਕਸਪਲੇਨਡ ਇਨ ਦਾ ਬਾਣੀ, ਬਟ ਕਿਹੜੀ ਟੈਕਨੀਕ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਦੱਸੀ ਹੈਗੀ ਆ, ਦੈਟ ਇਜ਼ ਵੈਰੀ ਇੰਪੋਰਟੈਂਟ। ਗੁਰੂ ਪਾਤਸ਼ਾਹ ਕੀ ਕਹਿੰਦੇ ਨੇ, ਸੁਣ ਸਾਖੀ ਮਨ ਜਪ ਪਿਆਰ, ਪਿਆਰ ਦੇ ਨਾਲ ਤੂੰ ਪ੍ਰਮਾਤਮਾ ਦਾ ਨਾਮ ਜਪਿਆ ਕਰ। ਟੈਕਨੀਕ ਇਜ਼ ਲਵ, ਕਿਉਂਕਿ ਜਦੋਂ ਕੋਈ ਵੀ ਕਰਮ ਅਸੀਂ ਪਿਆਰ ਦੇ ਨਾਲ ਕਰਾਂਗੇ, ਉਹਨੂੰ ਕਰਨ ਦੇ ਵਿੱਚ ਆਨੰਦ ਆਉਂਦਾ ਆ, ਉਹਨੂੰ ਕਰਨ ਦੇ ਵਿੱਚ ਵਿਸਮਾਦ ਆਉਂਦਾ ਆ, ਉਹ ਕਰਮ ਬੋਝ ਨਹੀਂ ਲੱਗਦਾ। ਗੁਰੂ ਨਾਨਕ ਪਾਤਸ਼ਾਹ ਨੇ ਪਿਆਰ ਦੇ ਨਾਲ ਇਸ ਰਸਤੇ ਦੇ ਉੱਤੇ ਸਾਨੂੰ ਤੁਰਨ ਦੀ ਜਾਚ ਸਿਖਾਈ ਆ। ਉਹ ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਦਿਸ ਇਜ਼ ਅ ਗੇਮ ਆਫ ਲਵ। ਤੇ ਚਾਹ ਨਾ ਖੇਡੀ, ਬੋਝ ਸਮਝ ਕੇ ਨਾ ਖੇਡੀ। ਜੇ ਬੋਝ ਸਮਝ ਕੇ ਆਏਗਾ ਨਾ, then you cannot play this game। ਸੁਣ ਸਾਖੀ ਮਨ ਜਪ ਪਿਆਰ, ਪਿਆਰ ਦੇ ਨਾਲ ਤੇ ਸਹਿਜੇ ਚੂਪ ਸਹਿਜੇ ਹੀ ਜਪਣਾ, ਸਹਿਜ ਅਵਸਥਾ ਦੇ ਵਿੱਚ। ਗੁਰਮੁਖ ਦਾ ਮਾਰਗ ਸਹਿਜ ਦਾ ਮਾਰਗ ਹੈ, ਇਹ ਹੱਠ ਯੋਗ ਨਹੀਂ ਹੈਗਾ। ਦੈਟਸ ਵਾਈ ਗੁਰੂ ਪਾਤਸ਼ਾਹ ਐਕਸਪਲੇਨ ਜਤ ਪਹਾਰਾ
ਧੀਰਜ ਸੁਨਿਆਰ, ਧੀਰਜ ਕੀ ਪੇਸ਼ੈਂਟ ਲਾਈਕ ਏ ਗੋਲਡ ਸਮਿਥ, ਕਿ ਕਦੀ ਸੁਨਿਆਰੇ ਨੂੰ ਤੂੰ ਗਹਿਣੇ ਬਣਾਉਂਦਾ ਦੇਖੀ ਕਿ ਉਹ ਕਿੰਨੀ ਬਰੀਕੀ ਦੇ ਨਾਲ ਉਹ ਗਹਿਣਿਆਂ ਦਾ ਡਿਜ਼ਾਈਨ ਕਰਦਾ ਹੈ। ਸਿਮਿਲਰਲੀ ਉਹ ਕਾਲਾ ਨਹੀਂ ਪਿੰਦਾ। ਇਸ ਤਰ੍ਹਾਂ ਅਸੀਂ ਆਪਣੇ ਮਨ ਨੂੰ ਡਿਜ਼ਾਈਨ ਕਰਨਾ ਆ ਪਰਮਾਤਮਾ ਦੇ ਰਸਤੇ ਦੇ ਲਈ। ਤੇ ਸਾਧ ਸੰਗਤ ਦੀ ਟੈਕਨੀਕ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਹੈ, ਵਿਚ ਇਜ਼ ਮੋਰ ਇੰਪੋਰਟੈਂਟ, ਕਿ ਸਾਡਾ ਕਨੈਕਸ਼ਨ ਵਾਹਿਗੁਰੂ ਦੇ ਨਾਲ ਬਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਨੈਕਸ਼ਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਠੀਕ ਆ, ਕਿਸੇ ਦੀ ਟੈਕਨੀਕ ਕੋਈ ਕਿਸੇ ਤਰੀਕੇ ਨਾਲ ਜਪ ਸਕਦਾ, ਕੋਈ ਕਿਸੇ ਤਰੀਕੇ ਨਾਲ ਜਪ ਸਕਦਾ। ਤਾਂ ਮੇਨ ਥਿੰਗ ਇਜ਼ ਕਿ ਸਾਡਾ ਕਨੈਕਸ਼ਨ ਵਾਹਿਗੁਰੂ ਨਾਲ ਬਣ ਰਿਹਾ ਕਿ ਨਹੀਂ ਬਣ ਰਿਹਾ, ਉਹ ਵਾਹਿਗੁਰੂ ਸਾਡੀ ਸੁਰਤ ਦੇ ਵਿੱਚ ਉਤਰ ਰਿਹਾ ਕਿ ਨਹੀਂ ਉਤਰ ਰਿਹਾ, ਉਹ ਵਾਹਿਗੁਰੂ ਦਾ ਅਸੀਂ ਗੁਣਾਂ ਨੂੰ ਯਾਦ ਕਰਕੇ ਸਾਡੀ ਲਾਈਫ ਦੇ ਵਿੱਚ ਕੋਈ ਚੇਂਜਿਸ ਆ ਰਹੀਆਂ ਕਿ ਨਹੀਂ ਆ ਰਹੀਆਂ। ਇਹ ਅੱਗੇ ਚੱਲਦਾ ਜਾਊਗਾ। ਹੁਣ ਅੱਗੇ ਕੀ ਹੈਗਾ, ਟਾਈਮ ਦੀ ਕਿਹੜੀ ਗੱਲ ਆ, ਕਿ ਟਾਈਮ ਇਜ਼ ਵੈਰੀ ਇੰਪੋਰਟੈਂਟ। ਅਕੋਰਡਿੰਗ ਟੂ ਬਾਣੀ ਗੁਰੂ ਪਾਤਸ਼ਾਹ ਐਮਫੇਸਾਈਜ਼ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ, ਕਿ ਜਦੋਂ ਅੰਮ੍ਰਿਤ ਵੇਲੇ ਉੱਠਣਾ ਆ, ਸਭ ਤੋਂ ਪਹਿਲਾ ਜਿਹੜਾ ਸਿੱਖ ਦਾ ਕਰਮ ਹੈਗਾ ਆ, ਉਹ ਵਾਹਿਗੁਰੂ ਨੂੰ ਯਾਦ ਕਰਨਾ ਆ, ਉਸ ਦਾ ਸਿਮਰਨ ਕਰਨਾ, ਉਹਦੇ ਨਾਮ ਨੂੰ ਧਿਆਉਣਾ ਆ। ਸੋ ਹੁਣ ਸਾਡੇ ਰੂਟੀਨ ਚੇਂਜ ਹੋ ਚੁੱਕੀਆਂ ਸਾਧ ਸੰਗਤ ਜੀ। ਅਸੀਂ ਰਾਤ ਨੂੰ ਲੇਟ ਸੌਂਦੇ ਆ, ਦਿਨੇ ਫਿਰ ਲੇਟ ਉੱਠਦੇ ਆ। ਸੋ ਕੋਈ ਗੱਲ ਨਹੀਂ, ਓਕੇ, ਹੌਲੀ ਹੌਲੀ ਆਪਣੀਆਂ ਰੂਟੀਨ ਵੀ ਗੁਰਬਾਣੀ ਦੇ ਅਕੋਰਡਿੰਗ ਕਰਨ ਦੀ ਕੋਸ਼ਿਸ਼ ਕਰੀਏ। ਬਟ ਜਦੋਂ ਅਸੀਂ ਸਵੇਰੇ ਉੱਠੇ ਆ, ਦਾ ਫਰਸਟ ਸਟੈਪ ਆਫ ਆਵਰ ਲਾਈਫ ਇਜ਼ ਸਿਮਰਨ। ਭਾਵੇਂ ਇੱਕ ਵਾਰੀ ਵਾਹਿਗੁਰੂ ਕਹੋ ਮੂੰਹ ਦੇ ਵਿੱਚੋਂ, ਠੀਕ ਆ। ਉਸ ਦੀ ਕਿਰਪਾ ਦੇ ਨਾਲ ਅਸੀਂ ਅਗਲਾ ਦਿਨ ਦੇਖ ਰਹੇ ਹਾਂ, ਤੇ ਥੈਂਕਸ ਕਰਨਾ ਤੇ ਬਣਦਾ ਨਾ ਸਾਡਾ, ਉਸ ਵਾਹਿਗੁਰੂ ਨੂੰ ਸ਼ੁਕਰ ਕਰਨਾ ਤੇ ਬਣਦਾ ਨਾ, ਕਿ ਤੇਰੀ ਕਿਰਪਾ ਦੇ ਨਾਲ ਮੈਂ ਅਗਲਾ ਦਿਨ ਦੇਖ ਰਿਹਾ। ਤੇ ਜਦੋਂ ਅਸੀਂ ਸ਼ੁਕਰਾਨੇ ਦੀ ਆਦਤ ਪਾਵਾਂਗੇ ਨਾ, ਤੇ ਸ਼ੁਕਰਾਨੇ ਦੇ ਵਿੱਚੋਂ ਵਾਹਿਗੁਰੂ ਦਾ ਫਿਰ ਸਿਮਰਨ ਆਪਣੇ ਆਪ ਆਊਗਾ। ਉਹਦੀਆਂ ਦਿੱਤੀਆਂ ਦਾਤਾਂ ਨੂੰ ਯਾਦ ਕਰਕੇ ਦਾਤੇ ਨੂੰ ਯਾਦ ਕਰਨਾ, ਦਾਤਾਂ ਦੇ ਰਾਹੀਂ ਦਾਤੇ ਤੱਕ ਪਹੁੰਚਣਾ, ਕਿ ਵਾਟ ਐਵਰ ਆਈ ਹੈਵ in my life, this is your blessings, Vaheguru ji. Always remember the giver, not the gift, but through the gifts we can remember the giver. So ਪਹਿਲਾ ਸਟੈਪ ਆ, ਅੰਮ੍ਰਿਤ ਵੇਲੇ ਜਾ ਕੇ ਨਹੀਂ ਜਾ ਸਕਦੇ, ਜਦੋਂ ਵੀ ਉੱਠ ਰਹੇ ਆ, ਉੱਠਦਿਆਂ ਸਾਰ ਸੰਗਤ ਦੀ ਅੱਜ ਤੋਂ ਇੱਕ ਅਸੀਂ ਰੂਟੀਨ ਬਣਾਈਏ ਕਿ ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਆ, ਧੰਨ ਗੁਰੂ ਨਾਨਕ ਕਹਿਣਾ ਆ, ਸਤਨਾਮ ਕਹਿਣਾ ਆ, ਜੋ ਵੀ ਤੁਹਾਨੂੰ ਚੰਗਾ ਲੱਗਦਾ, ਜਿਹੜਾ ਤੁਹਾਡੇ ਮਨ ਨੂੰ ਟੁੰਬਦਾ ਆ, ਉਸ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕਰਨਾ ਆ। ਇਹ ਸਟਾਰਟਿੰਗ ਤੋਂ ਬਾਅਦ ਫਿਰ ਜਦੋਂ ਉਠਤ ਬੈਠਤ ਹਰ ਜਾਪ, ਇਹ ਉਹ ਗੁਰਮੁਖ ਦੀ ਅਵਸਥਾ ਆ ਜਿਹੜਾ 24 ਆਵਰਸ ਕਨੈਕਸ਼ਨ ਮੇਨਟੇਨ ਕਰਕੇ ਬੈਠਾ ਆ। ਸਟਾਰਟਿੰਗ ਦੇ ਵਿੱਚ ਸਾਨੂੰ ਦਿਨ ਦੀ ਸ਼ੁਰੂਆਤ ਕਰਨੀ ਪਏਗੀ, ਤੇ ਬਾਅਦ ਵਿੱਚ ਸਾਨੂੰ ਐਫਰਟ ਕਰਨਾ ਪਏਗਾ। ਬਟ ਜਦੋਂ ਸਾਡਾ ਕਨੈਕਸ਼ਨ ਬਣ ਜਾਏਗਾ, ਦੈਨ ਦ ਕਨੈਕਸ਼ਨ ਵਿਲ ਬੀ ਫॉर 24/7। ਸਹਿਜ ਸੁਭਾਏ ਬੋਲੇ ਹਰ ਬਾਣੀ, 8 ਪਹਿਰ ਪ੍ਰਭ ਸਿਮਰੋ ਪ੍ਰਾਣੀ। ਹੁਣ ਸਿਮਰਨ ਇਹ ਨਹੀਂ ਕਿ ਅਸੀਂ 8 ਪਹਿਰ 24 ਆਵਰਸ ਅਸੀਂ ਰਸਨਾ ਦੇ ਰਾਹੀਂ ਆ, ਇਟਸ ਇੰਟਰਨਲ ਕਨੈਕਸ਼ਨ, ਕਿ ਹਿਰਦੇ ਦੇ ਵਿੱਚ ਸਪੌਂਟੇਨੀਅਸਲੀ ਇਟਸ ਗੋਇੰਗ ਔਨ ਵਿਦਆਊਟ ਪੁਟਿੰਗ ਐਨ ਐਨੀ ਐਫਰਟ, ਇਹ ਚੱਲੀ ਜਾ ਰਿਹਾ ਆ। ਸਹਿਜ ਸੁਭਾਏ, ਬਟ ਸਹਿਜ ਸੁਭਾਏ ਕਸ਼ਟ ਨਹੀਂ ਦੇਣਾ ਆਪਣੇ ਆਪ ਨੂੰ। ਸਹਿਜ ਦਾ ਮਾਰਗ ਆ ਗੁਰਮਤਿ ਦਾ ਮਾਰਗ। ਸਹਿਜ ਸੁਭਾਏ ਬੋਲੇ ਹਰ ਬਾਣੀ, 8 ਪਹਿਰ ਪ੍ਰਭ ਸਿਮਰੋ ਪ੍ਰਾਣੀ। 8 ਪਹਿਰ ਸਾਨੂੰ ਵਾਹਿਗੁਰੂ ਨੂੰ ਸਿਮਰਨਾ ਪਏਗਾ, ਉਸ ਦੀ ਯਾਦ ਬਣੀ ਰਹੇਗੀ। ਜਿਸ ਤਰ੍ਹਾਂ ਸਾਡੇ ਸਟੈਪ ਗਰੋ ਕਰਨਗੇ, ਤਿਉਂ ਸਾਨੂੰ ਟਾਈਮ ਦੀ ਫਿਕਰ ਵੀ ਨਹੀਂ ਰਹੇਗੀ। ਜਦੋਂ ਕਿਸੇ ਚੀਜ਼ ਨਾਲ ਪਿਆਰ ਹੋ ਜਾਏ, ਬੰਦਾ ਫਿਰ ਟਾਈਮ ਵੇਖ ਕੇ ਪਿਆਰ ਨਹੀਂ ਕਰਦਾ। ਮਾਂ ਕਦੀ ਪੁੱਤਰ ਨੂੰ ਇਹ ਨਹੀਂ ਕਹਿੰਦੀ ਆਈ ਵਿਲ ਲਵ ਯੂ ਅਰਲੀ ਇਨ ਦਾ ਮਾਰਨਿੰਗ ਐਂਡ ਆਫਟਰ ਦੈਟ ਜਸਟ ਆਈ ਵਿਲ ਰਿਮੈਂਬਰ ਯੂ ਬਿਫੋਰ ਸਲੀਪਿੰਗ। ਇਸ ਤਰ੍ਹਾਂ ਨਹੀਂ ਹੁੰਦਾ, ਕਿਉਂਕਿ ਮਾਂ ਤੇ ਬੱਚੇ ਦਾ ਕਨੈਕਸ਼ਨ ਇਟਸ ਐਨ ਇੰਟਰਨਲ ਕਨੈਕਸ਼ਨ। ਤੇ ਉਸ ਤਰ੍ਹਾਂ ਦੀ ਯਾਦ ਸਾਨੂੰ ਆਪਣੇ ਮਨ 'ਚ ਬਣਾਉਣੀ ਪੈਣੀ ਆ। ਉਸ ਯਾਦ ਤੱਕ ਪਹੁੰਚਣ ਦੇ ਲਈ ਸਿਮਰਨ ਦੀਆਂ ਡਿਫਰੈਂਟ ਜਿਹੜੇ ਸਟੈਪਸ ਨੇ, ਉਸ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ। ਸਾਧ ਸੰਗਤ ਜੀ, ਹੁਣ ਸਿਮਰਨ ਦੇ ਬੈਨੀਫਿਟ ਕੀ ਹੁੰਦੇ ਨੇ, ਇਸ ਨੂੰ ਆਪ ਜੀ ਦੇ ਨਾਲ ਸਾਂਝਾ ਕਰਨ ਤੋਂ ਪਹਿਲਾਂ ਨਾ ਦਾਸ ਤੁਹਾਡੇ ਨਾਲ ਕਿ ਸਿਮਰਨ ਦੀ ਟੈਕਨੀਕ ਕੀ ਆ, ਕਿਉਂਕਿ ਸਾਡਾ ਜਿਹੜਾ ਪ੍ਰੈਕਟੀਕਲ ਸੈਸ਼ਨ ਹੈਗਾ ਨਾ, ਉਹ ਵੀ ਬਹੁਤ ਇੰਪੋਰਟੈਂਟ ਹੈਗਾ ਆ। ਠੀਕ ਹੈ ਜੀ। ਤੇ ਉਸ ਨੂੰ ਕਰਨ ਦੇ ਲਈ ਮੈਂ ਆਪਣੇ ਜਿਹੜੇ ਸਹਿਪਾਠੀ ਹੈਗੇ ਨੇ ਸਾਡੇ ਅੱਜ ਦੇ ਮੇਰੇ ਕੋਲੀਗ ਨੇ, ਡਾਕਟਰ ਜਸਵਿੰਦਰ ਸਿੰਘ ਜੀ, ਠੀਕ ਹੈ ਜੀ, ਉਹ ਮੇਰੇ ਨਾਲ ਮੇਰਾ ਸਾਥ ਦੇਣਗੇ। ਮੈਂ ਇਹ ਨਹੀਂ ਕਹਿ ਰਿਹਾ ਕਿ ਜਿਹੜੀ ਟੈਕਨੀਕ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ, ਦਿਸ ਇਜ਼ ਦੀ ਫਾਈਨਲ ਟੈਕਨੀਕ ਵੇ ਜਿਹੜਾ ਵੀ ਤੁਹਾਨੂੰ ਪਸੰਦ ਆ। ਜਸਟ ਫॉर ਐਗਜ਼ਾਮਪਲ, ਤੁਹਾਨੂੰ ਜੇ ਚੰਗਾ ਲੱਗਦਾ ਆ, ਬੜੇ ਸਲੋ ਦੇ ਵਿੱਚ ਵਾਹਿਗੁਰੂ, ਇਸ ਤਰੀਕੇ ਦੇ ਨਾਲ ਵੀ ਅਸੀਂ ਜਪ ਸਕਦੇ ਹਾਂ।
ਕਿਸੇ ਨੂੰ ਚੰਗਾ ਲੱਗਦਾ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਜਪਦਿਆਂ ਹਮੇਸ਼ਾ ਇਹ ਚੀਜ਼ ਮਾਈਂਡ 'ਚ ਰੱਖਣਾ ਕਿ ਸਾਡਾ ਕਨੈਕਸ਼ਨ ਪਰਮਾਤਮਾ ਦੇ ਨਾਲ ਬਣ ਰਿਹਾ ਕਿ ਨਹੀਂ ਬਣ ਰਿਹਾ, ਦੈਟ ਇਜ਼ ਵੈਰੀ ਇੰਪੋਰਟੈਂਟ। ਤੇ ਕਨੈਕਸ਼ਨ ਬਣਾਉਣ ਦੇ ਲਈ ਉਹਦੇ ਗੁਣਾਂ ਨੂੰ ਯਾਦ ਕਰਨਾ ਆ। ਸਾਧ ਸੰਗਤ ਜੀ ਹੁਣ ਤੇ ਇਹਦਾ ਟਾਈਮ ਵੀ ਥੋੜਾ ਫਰਕ ਹੁੰਦਾ। ਅੰਮ੍ਰਿਤ ਵੇਲੇ ਨਾ ਸਾਡੀ ਜਿਹੜਾ ਮਨ ਬੜਾ ਸ਼ਾਂਤ ਹੁੰਦਾ ਆ, ਉਦੋਂ ਸਿਮਰਨ ਬੜੇ ਸਹਿਜ ਅਵਸਥਾ ਦੇ ਵਿੱਚ ਨਿਕਲਦਾ ਆ। ਉਦੋਂ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਚੱਲਦਾ ਹੁੰਦਾ ਕਿਸੇ ਵੇਲੇ, ਵਿਦਆਊਟ ਪੁਟਿੰਗ ਐਨੀ ਐਫਰਟ। ਠੀਕ ਹੈ ਜੀ। ਪਰ ਜਦੋਂ ਦਿਨ ਬਦਲਦਾ, ਜਿਹੜੀ ਮੇਰੀ ਪਰਸਨਲ ਹੈਗੀ ਆ, ਜਿਹੜਾ ਮੈਨੂੰ ਚੰਗਾ ਲੱਗਦਾ ਗਾਇਨ ਕਰਨਾ, ਮੈਂ ਤੁਹਾਡੇ ਨਾਲ ਉਹ ਸਾਂਝਾ ਕਰਾਂਗਾ। ਐਂਡ ਡਾਕਟਰ ਜਸਵਿੰਦਰ ਵਿਲ ਰਿਪੀਟ ਆਫਟਰ ਮੀ। ਤੇ ਸਾਧ ਸੰਗਤ ਜੀ ਤੁਸੀਂ ਵੀ ਸਾਰੇ ਮਿਊਟ ਤੇ ਹੈਗੇ ਹੋ, ਬਟ ਪਲੀਜ਼ ਤੁਸੀਂ ਮੇਰੇ ਤੋਂ ਬਾਅਦ ਤੁਸੀਂ ਵੀ ਟਰਾਈ ਕਰਨਾ ਉਸ ਨੂੰ ਫੋਲੋ ਕਰਨ ਦੀ। ਤੇ ਹਮੇਸ਼ਾ ਯਾਦ ਸਾਹਾਂ ਤੇ ਨਹੀਂ ਕਰਨਾ, ਵਾਹਿਗੁਰੂ ਦੇ ਨਾਮ ਤੇ ਕਰਨਾ, ਵਾਹਿਗੁਰੂ ਉੱਤੇ ਕਰਨਾ, ਉਹਦੇ ਗੁਣਾਂ ਦੇ ਉੱਤੇ ਕਰਨਾ। ਠੀਕ ਹੈ ਜੀ। ਤੇ ਥੋੜੇ ਸਮੇਂ ਲਈ ਹੁਣ ਆਪਾਂ ਗਾਇਨ ਕਰ ਰਹੇ ਹਾਂ। ਪਲੀਜ਼ ਸਾਰੇ ਸਾਥ ਦੇਣਾ ਜੀ, ਮੇਰੇ ਪਿੱਛੇ ਪਿੱਛੇ ਤੁਸੀਂ ਫੋਲੋ ਕਰਨਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ 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 ਵਾਹਿਗੁਰੂ, ਵਾਹਿਗੁਰੂ ਧੰਨ 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 ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਾਧ ਸੰਗਤ ਜੀ, ਕੋਈ ਵੀ ਟੈਕਨੀਕ ਜਿਹੜੀ ਤੁਹਾਡੇ ਮਨ ਨੂੰ ਚੰਗੀ ਲੱਗੇ, ਠੀਕ ਹੈ ਜੀ, ਜੇ ਤੁਹਾਡਾ ਬੜੇ ਪਿਆਰ ਦੇ ਨਾਲ ਵਾਹਿਗੁਰੂ ਇਸ ਤਰ੍ਹਾਂ ਮਨ ਜੋੜਦਾ ਆ, ਮੇਨ ਸ਼ਰਤ ਆ ਕਿ ਵਾਹਿਗੁਰੂ ਦੇ ਸ਼ਬਦ ਵਿੱਚ ਮਨ ਜੋੜਨਾ, ਵਾਹਿਗੁਰੂ ਦੇ ਨਾਲ ਆਪਣਾ ਕਨੈਕਸ਼ਨ ਜੋੜਨਾ, ਦੈਟ ਇਜ਼ ਮੋਰ ਇੰਪੋਰਟੈਂਟ। ਜਿਹੜੀ ਟੈਕਨੀਕ ਤੁਹਾਡੇ ਮਨ ਨੂੰ ਚੰਗੀ ਲੱਗੇ, ਤੁਸੀਂ ਉਸ ਟੈਕਨੀਕ ਨੂੰ ਫੋਲੋ ਕਰਨਾ ਆ। ਉਹ ਕਿਸੇ ਵੀ ਰੂਪ ਚ ਹੋ ਸਕਦੀ ਸਾਧ ਸੰਗਤ ਜੀ। ਹੁਣ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਆ ਕਿ ਜਦੋਂ ਅਸੀਂ ਸਿਮਰਨ ਕਰਦਾ ਆ ਸਾਧਕ, ਉਸਨੂੰ ਬੈਨੀਫਿਟ ਕੀ ਹੁੰਦਾ ਆ, ਕਿ ਵਾਈ ਸਿਮਰਨ ਇਜ਼ ਸੋ ਇੰਪੋਰਟੈਂਟ, ਵਾਟ ਵੀ ਵਿਲ ਗੈਟ ਵੈਨ ਵੀ ਵਿਲ ਡੂ ਸਿਮਰਨ। ਸੋ ਸੁਖਮਨੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਨਾ, ਮੈਨੂੰ ਗੁਰੂ ਪਾਤਸ਼ਾਹ ਐਕਸਪਲੇਨ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਕਿ ਸਭ ਤੋਂ ਉੱਚਾ ਆ। ਦੈਨ ਵੀ ਨੀਡ ਟੂ ਨੋ ਵਾਈ ਵਾਹਿਗੁਰੂ ਸਿਮਰਨ ਇਜ਼ ਸਭ ਤੇ ਉੱਚਾ, ਕਿ ਇਹਦੀ ਇੰਪੋਰਟੈਂਸ ਕੀ ਹੈਗੀ ਆ।
ਤੇ ਗੁਰੂ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੀ ਪਹਿਲੀ ਪੌੜੀ ਦੇ ਵਿੱਚ ਹੀ ਜਦੋਂ ਸ਼ਲੋਕ ਤੋਂ ਬਾਅਦ ਗੁਰੂ ਪਾਤਸ਼ਾਹ ਸ਼ੁਰੂ ਕਰਦੇ ਨੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੇ। ਗੁਰੂ ਪਾਤਸ਼ਾਹ ਐਮਫੇਸਾਈਜ਼ ਕਿ ਯੂ ਵਿਲ ਗੈਟ ਬਲਿਸਫੁਲਨੈਸ ਇਨ ਯੂਅਰ ਲਾਈਫ ਜੇ ਤੁਸੀਂ ਵਾਹਿਗੁਰੂ ਨੂੰ ਸਿਮਰੋਗੇ। ਪਹਿਲਾਂ ਸਿਮਰਨ ਦੀ ਜਿਹੜੀ ਇੰਪੋਰਟੈਂਸ ਆ ਉਹ ਐਕਸਪਲੇਨ ਕਰਦੇ ਨੇ, ਫਿਰ ਕਿ ਬੈਨੀਫਿਟ ਕੀ ਹੁੰਦਾ ਸਿਮਰਨ ਦਾ। ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ, ਕਿ ਫੀਅਰ ਜਿਹੜੇ ਨੇ ਉਹ ਡਿਸਪੈਲ ਹੋ ਜਾਂਦੇ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ। ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ, the sufferings, the fear will be dispelled in your life. ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ, ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ, ਕਿ ਜਿਹੜੀ ਮਨ ਨੂੰ ਮੈਲ ਚੜੀ ਹੈਗੀ ਹੈ ਨਾ, ਬਿਕੋਜ਼ ਆਵਰ ਮਾਈਂਡ ਇਜ਼ ਡਰਟੀ, then ਵਾਹਿਗੁਰੂ ਸਿਮਰਨ will wash this math, will wash this dirt. ਪ੍ਰਭ ਕੇ ਸਿਮਰਨ ਜਪ ਤਪ ਪੂਜਾ, ਪ੍ਰਭ ਕੇ ਸਿਮਰਨ ਬਿਨ ਸੇ ਦੂਜਾ। with ਵਾਹਿਗੁਰੂ ਸਿਮਰਨ duality will be eliminated. There will be only oneness. So Guru Patshaha ਨੇ ਬੜਾ ਲੰਬਾ ਚੌੜਾ ਐਕਸਪਲੇਨ ਕੀਤਾ ਹੈ ਕਿ what is the benefit of ਸਿਮਰਨ in the first body of ਸੁਖਮਨੀ ਸਾਹਿਬ। ਤੇ ਫਿਰ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਜਿਹੜੇ ਕਰਦੇ ਨੇ ਉਹਨਾਂ ਦੀ ਲਾਈਫ ਕੀ ਕਿਸ ਤਰ੍ਹਾਂ ਦੀ ਹੈਗੀ ਆ। ਪ੍ਰਭ ਕੋ ਸਿਮਰੇ ਸੇ ਤਨਵੰਤੇ, ਪ੍ਰਭ ਕੋ ਸਿਮਰੇ ਜਿਹੜੇ ਸਿਮਰਦੇ ਨੇ, who practice the ਸਿਮਰਨ। ਗੁਰੂ ਪਾਤਸ਼ਾਹ elaborated that body, that ਅਵਸਥਾ in the ਸੁਖਮਨੀ ਸਾਹਿਬ। ਸੋ ਪ੍ਰਭ ਦਾ ਸਿਮਰਨ ਕਿਉਂ ਉੱਚਾ ਆ? ਕਿਉਂਕਿ ਤੁਸੀਂ ਅੱਜ ਸੁਖਮਨੀ ਸਾਹਿਬ ਦੀ ਪਹਿਲੀ ਪੌੜੀ ਧਿਆਨ ਦੇ ਨਾਲ ਪੜ੍ਹ ਕੇ ਦੇਖਣੀ, then you will get the answer ਸਾਧ ਸੰਗਤ ਜੀ, why ਸਿਮਰਨ is so important and how it changed our life। ਅਸੀਂ ਪਰਮਾਤਮਾ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਬਣਾਉਣਾ। ਗੁਰੂ ਪਾਤਸ਼ਾਹ ਇੱਥੇ ਫਰਮਾਣਿਆ ਨਾ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਮੇਰਾ ਜ਼ਿੰਦਗੀ ਜਿਹੜੀ ਆ ਉਹ ਤੇਰਾ ਰੂਪ ਬਣ ਜਾਏ। ਪਰਮਾਤਮਾ ਦਾ ਰੂਪ ਬਣਨ ਦੇ ਲਈ ਸਿਮਰਨ ਇਜ਼ ਵੈਰੀ ਵੈਰੀ ਇੰਪੋਰਟੈਂਟ। ਤੇ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਨੂੰ ਉਦਮ ਕਰਨਾ ਪਏਗਾ। ਉਦਮ ਕਰੇਂਦੇ ਆ ਜੀਓ ਤੂੰ ਕਮਾਵਦੇ ਆ ਸੁਖ ਪੁੰਜ। ਉਦਮ ਇਜ਼ ਵੈਰੀ ਇੰਪੋਰਟੈਂਟ ਇਨ ਸਿੱਖੀ। ਰਸਨਾ ਦੇ ਥਰੂ ਸਾਨੂੰ ਉਚਾਰਨਾ ਪਏਗਾ, ਯਾਦ ਕਰਨਾ ਪਏਗਾ। ਦੈਨ ਦ ਫਾਈਨਲ ਸਟੇਜ ਵਿਲ ਵਨ ਦੇਅਰ ਵਿਲ ਬੀ ਕਨੈਕਸ਼ਨ ਵਿਦ ਵਾਹਿਗੁਰੂ ਜੀ, 24 ਆਵਰਸ ਕਨੈਕਸ਼ਨਸ। ਅਸੀਂ ਜੋ ਵੀ ਕਰ ਰਹੇ ਹਾਂ ਵਾਹਿਗੁਰੂ ਸਾਡੀ ਸੁਰਤ ਦੇ ਵਿੱਚ ਹੋਏਗਾ। ਸਾਧ ਸੰਗਤ ਜੀ, ਇਹ ਬਹੁਤ ਹੀ ਉੱਚਾ ਟੌਪਿਕ ਸੀ ਅੱਜ ਦਾ। ਮੈਂ ਇੰਨੀਆਂ ਕਦੀ ਅਰਦਾਸਾਂ ਨਹੀਂ ਕੀਤੀਆਂ ਹੋਣੀਆਂ ਕਲਾਸ ਤੋਂ ਪਹਿਲਾਂ ਜਿੰਨੀਆਂ ਮੈਂ ਅੱਜ ਕੀਤੀਆਂ ਸੀ। ਵਾਹਿਗੁਰੂ ਜੀ, ਮੈਨੂੰ ਨਹੀਂ ਪਤਾ ਕਿ ਮੈਂ ਕੀ ਬੋਲਣ ਜਾ ਰਿਹਾ, ਬਟ ਕਿ ਸਿਮਰਨ ਬਾਰੇ ਗੱਲ ਕਰਨੀ, ਕੋਈ ਵੀ ਸ਼ਬਦ ਮੇਰੇ ਮੂੰਹੋਂ ਗਲਤ ਨਿਕਲ ਜੇ ਤੇ ਮੈਨੂੰ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ ਜੀ, ਤੁਸੀਂ ਬਖਸ਼ ਲੈਣਾ ਜੀ। ਹੁਣ ਤੁਹਾਡੇ ਮਨ ਦੇ ਵਿੱਚ ਕੋਈ ਵੀ ਪ੍ਰਸ਼ਨ ਹੈਗਾ ਸਿਮਰਨ ਦੇ ਰਿਗਾਰਡਿੰਗ, ਅਸੀਂ ਉਸ ਦੇ ਬਾਰੇ ਵਿਚਾਰ ਕਰਾਂਗੇ। ਜਾਂ ਤੁਸੀਂ ਕੋਈ ਵੀ ਅੱਜ ਦੀ ਇਸ ਵਿਚਾਰ ਚਰਚਾ ਬਾਰੇ ਆਪਣੇ ਕੋਈ ਕਮੈਂਟਸ ਦੇਣਾ ਚਾਹੁੰਦੇ ਹੋ, ਰਿਮਾਰਕਸ ਦੇਣਾ ਚਾਹੁੰਦੇ ਹੋ, ਅਸੀਂ ਹੁਣ ਉਸ ਬਾਰੇ ਸਾਂਝ ਕਰਾਂਗੇ। ਹੁਣ ਜਿਹੜੀ ਸਕਰੀਨ ਸ਼ੇਅਰਿੰਗ ਹੈਗੀ, ਆਈ ਐਮ ਗੋਇੰਗ ਟੂ ਆਫ ਦਿਸ। ਸਾਧ ਸੰਗਤ ਜੀ, ਜੇ ਤੁਹਾਡੇ ਮਨ ਦੇ ਵਿੱਚ ਪਲੀਜ਼ ਕੋਈ ਵੀ ਪ੍ਰਸ਼ਨ ਹੈਗਾ ਅਬਾਊਟ ਸਿਮਰਨ, ਤੁਸੀਂ ਚੈਟ ਦੇ ਵਿੱਚ ਵੀ ਮੈਨੂੰ ਲਿਖ ਕੇ ਭੇਜ ਸਕਦੇ ਹੋ ਜੀ। Gurcharan ji, I am going to unmute you ji. Please give your remarks or if you have any question. And okay, so je koi Gurcharan ji, can you hear me? हाँ जी, Yes. yes. Now वाहिगुरु जी की फतेह। वाहिगुरु जी की फतेह जी। Yeah, I think it's quite insightful. The emphasis on techniques, I think that's very good because there's no one set technique. There are many ways, and you really put it true that we need to be very comfortable. You know, because when we say it, we're very comfortable saying it. So, you know, if, for instance, we can even say the Mool Mantra over and over again, you know, like जी। Ek Oankar Satnam, you know, and we go on, you know. So this is another way. Or I've seen some people who tell me they can even do the Sukhmani Sahib, the first Ashpati. Ad Gure Name, Jugad Gure Name, Sat Guru E Name, Sri Gurudev E Name. So a lot of people, you speak to them who are doing a lot of Simran, they give you advices which one to connect. So sometimes, like you said, you know, you add variety to see which one gives you the pleasure and ease of being in. That's my few comments. Thank you very much for highlighting all this thing. Thank you very much. Thank you very Bless you. Thank you.
ਚੈਟ ਦੇ ਵਿੱਚ ਕੁਝ ਪ੍ਰਸ਼ਨ ਆ ਰਹੇ ਨੇ ਕਿ for how long master I know of people use the beats of to count ਕਿ ਜਿਹੜੀ ਮਾਲਾ ਹੈਗੀ ਆ, ਠੀਕ ਹੈ ਜੀ, ਉਹ ਗਿਣਤੀ ਕਰਦੇ ਨੇ ਕਈ ਵਾਰੀ ਮਾਲਾ ਦੇ ਨਾਲ, ਕਈ ਗਿਣ ਕੇ ਸਿਮਰਨ ਕਰਨਾ। ਸਾਧ ਸੰਗਤ ਜੀ, ਗੁਰਬਾਣੀ ਦੇ ਵਿੱਚ ਨਾ ਗਿਣ ਕੇ ਗਿਣਤੀ ਦਾ ਕੋਈ ਵੀ ਇੰਪੋਰਟੈਂਸ ਨਹੀਂ ਹੈਗੀ। ਜਿਹਨੂੰ ਪਿਆਰ ਕਰੀਏ ਨਾ ਉਹਨੂੰ ਕਦੀ ਗਿਣ ਕੇ ਪਿਆਰ ਨਹੀਂ ਕਰੀਦਾ। ਗਿਣਤੀ ਦਾ ਕਨਸੈਪਟ ਨਹੀਂ ਹੈਗਾ। ਤੁਸੀਂ ਉਹ ਘਟਨਾ ਯਾਦ ਕਰਿਓ ਜਦੋਂ ਗੁਰੂ ਨਾਨਕ ਪਾਤਸ਼ਾਹ ਗਿਣਤੀ ਗਿਣ ਰਹੇ ਸਨ, 1 2 3 4 ਤੇ 13 ਤੇ ਪਹੁੰਚੇ। ਗਿਣਤੀ ਗਿਣਦਿਆਂ ਉਹਨਾਂ ਨੇ ਵਾਹਿਗੁਰੂ ਨੂੰ ਯਾਦ ਕਰਨਾ ਸ਼ੁਰੂ ਕਰਤਾ। ਠੀਕ ਹੈ, ਸਾਡੇ 'ਚ ਇਹ ਆ ਕਿ ਜੇ ਗਿਣਤੀ ਵੀ ਗਿਣੀਏ ਨਾ ਤੇ ਵਾਹਿਗੁਰੂ ਯਾਦ ਆਵੇ। ਵਾਹਿਗੁਰੂ ਨੂੰ ਯਾਦ ਕਰਦਿਆਂ ਨਹੀਂ ਗਿਣਨਾ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਜਦੋਂ ਸਿਮਰਨ ਕਰਨਾ ਆ ਉਦੋਂ ਗਿਣ ਕੇ ਨਹੀਂ ਕਰਨਾ। ਠੀਕ ਹੈ, ਕੁਝ ਸਮਾਂ ਸਮਟਾਈਮ ਪੀਪਲ ਦੇ ਯੂਜ਼ ਦਿਸ ਰੋਜ਼ਰੀ ਬੀਅਟਸ not for the counting, but please it's my humble request, ਕਿਉਂਕਿ according to ਗੁਰਬਾਣੀ ਨਾ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ, ਕਿ ਆਪਣੀ ਜ਼ੁਬਾਨ ਨੂੰ ਆਪਣੀ ਸਿਮਰਣੀ ਬਣਾ। your tongue should be your rosary. sometime in the beginning just to focus on ਵਾਹਿਗੁਰੂ ਔਰ ਕਿਹੜਾ ਵੀ ਨਾਮ ਤੁਸੀਂ ਲੈਣਾ ਆ, it helps to concentrate, but don't count through this beats. ਜੇ ਤੁਸੀਂ ਕਰਦੇ ਹੋ ਨਾ ਤੇ don't show off. the most important thing is ਇਹ ਸਿਮਰਨ ਸਾਡੇ ਆਪਣੇ ਲਈ ਹੁੰਦਾ sometime। ਤੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਗੁਰੂ ਪਾਤਸ਼ਾਹ ਨੇ ਵਰਡਸ ਕਾਊਂਟ ਕੀਤੇ ਨੇ ਕਿ ਜਿਹਦੇ ਵਿੱਚ ਸਮਟਾਈਮ ਪੀਪਲ ਜਸਟ ਸੋ ਦੈਟ ਆਈ ਐਮ ਰਿਸਾਈਟਿੰਗ ਦਾ ਨੇਮ ਆਫ ਵਾਹਿਗੁਰੂ। ਭੇਖ ਦਿਖਾਵੇ ਜਗਤ ਕੋ ਲੋਗਨ ਕੋ ਬਸਕੀਨ। ਮਨ ਨੂੰ ਫੇਰਿਆ ਨਹੀਂ ਤੇ ਮਾਲਾ ਫੇਰਨ ਦਾ ਕੋਈ ਫਾਇਦਾ ਨਹੀਂ ਹੈਗਾ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਾਨੂੰ ਨੇ ਉਹ ਫਰਮਾਨ ਮਿਲ ਜਾਂਦੇ ਨੇ। ਕਿਸੇ ਨੂੰ ਸ਼ੋ ਆਫ ਕਰਨ ਦੇ ਲਈ ਜੇ ਤੁਸੀਂ ਕਰ ਰਹੇ ਹੋ ਨਾ, ਸ਼ੋ ਆਫ ਨਹੀਂ ਕਰਨਾ ਪਲੀਜ਼। ਬਟ ਪਰਮਾਤਮਾ ਦਾ ਜੇ ਉਸ ਦੀਆਂ ਦਾਤਾਂ ਅਣਗਿਣਤ ਨੇ, ਉਸ ਦੀਆਂ ਦਾਤਾਂ ਅਸੀਂ ਕਦੀ ਨਹੀਂ ਗਿਣੀਆਂ ਤੇ ਸਾਡਾ ਵੀ ਇਹ ਫਰਜ਼ ਬਣਦਾ ਆ ਕਿ ਅਸੀਂ ਕਦੀ ਵੀ ਗਿਣ ਕੇ ਵਾਹਿਗੁਰੂ ਦਾ ਨਾਮ ਨਾ ਲਈਏ। ਉਸ ਦੇ ਪਿਆਰ ਦੇ ਵਿੱਚ ਕੋਈ ਗਿਣਤੀ ਨਹੀਂ ਹੁੰਦੀ। ਥੈਂਕ ਯੂ ਵੈਰੀ ਮਚ ਭੈਣ ਜੀ ਫॉर योर ਕੁਐਸਚਨਸ। ਠੀਕ ਹੈ ਜੀ। Can I know what is the significance of getting up in the wee hours of the morning prayer? So ਜਦੋਂ ਅਸੀਂ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਉੱਠਣਾ, ਸਭ ਤੋਂ ਵੱਡੀ ਸਭ ਤੋਂ ਇਹਦਾ ਵੱਡਾ ਬੈਨੀਫਿਟ ਹੈਗਾ ਕਿ ਜੇ ਅਸੀਂ ਅਧਿਆਤਮਕ ਅਵਸਥਾ ਤੋਂ ਦੂਸਰੀ ਗੱਲ ਕਰੀਏ ਕਿ ਇੱਕ ਤਾਂ ਸਾਡੀ ਲਾਈਫ ਵੱਧਦੀ ਆ। ਜਿੰਨਾ ਜ਼ਿਆਦਾ ਸੋਵਾਂਗੇ ਇਟ ਮੀਨਸ ਵੀ ਆਰ ਵੇਸਟਿੰਗ ਅਵਰ ਲਾਈਫ। ਸਲੀਪ ਇਜ਼ ਇੰਪੋਰਟੈਂਟ ਬਟ ਜਸਟ ਫॉर ਸਰਟਨ ਆਵਰਸ। ਇਹ ਨਹੀਂ ਹੈਗਾ ਕਿ ਕੁੰਭਕਰਨ ਦੀ ਤਰ੍ਹਾਂ ਅਸੀਂ ਸੁੱਤੇ ਹੀ ਰਹਿਣਾ ਆ, ਉਸ ਤਰ੍ਹਾਂ ਦਾ ਵੀ ਨਹੀਂ ਹੈਗਾ। ਅੰਮ੍ਰਿਤ ਵੇਲੇ ਤੁਸੀਂ ਕਦੀ ਵੀ ਉੱਠ ਕੇ ਕੁਦਰਤ ਦੀ ਗੋਦ ਵਿੱਚ ਜਾਣਾ। ਜਿਹੜੀ ਕੁਦਰਤ ਅਸੀਂ ਆਪਣੇ ਦਿਨ 'ਚ ਦੇਖਦੇ ਹਾਂ, ਕਦੀ ਅੰਮ੍ਰਿਤ 'ਚ ਉੱਠ ਕੇ ਉਸ ਦੀ ਗੋਦ ਦੇ ਵਿੱਚ ਜਾ ਕੇ ਫਿਰ ਉਸ ਦੇਖਣਾ ਕਿ ਉਸ ਟਾਈਮ ਦਾ ਇੰਪੈਕਟ ਕੀ ਹੈਗਾ ਸਾਡੇ ਮਾਈਂਡ ਦੇ ਉੱਤੇ। ਫਿਰ ਇਹਦਾ ਆਨਸਰ ਸਾਨੂੰ ਮਿਲੇਗਾ। ਸਾਡੇ ਮਾਈਂਡ ਦੇ ਵਿੱਚ ਅਸੀਂ ਉਦੋਂ ਥਾਟ ਫਰੀ ਹੋਏ ਹੁੰਦੇ ਹਾਂ। ਤੇ ਸਭ ਤੋਂ ਪਹਿਲੀ ਸਾਧ ਸੰਗਤ ਜੀ, ਇੱਕ ਸਾਨੂੰ ਨਾ ਬੜੀ ਇੱਕ ਬੁਰੀ ਆਦਤ ਪੈ ਚੁੱਕੀ ਹੈ। ਵੈਨ ਵੀ ਗੈਟ ਅਪ ਨਾ, ਦਾ ਫਰਸਟ ਥਿੰਗ ਨਾਓ ਵੀ ਡੂ, ਅਸੀਂ ਆਪਣੇ ਮੋਬਾਈਲ ਵੱਲ ਭੱਜਦੇ ਹਾਂ। ਠੀਕ ਹੈ ਜੀ, ਇਸ ਨੂੰ ਥੋੜਾ ਦੂਰ ਰੱਖ ਕੇ ਸੋਇਆ ਕਰੀਏ। ਮੋਬਾਈਲ ਇਜ਼ ਨੋਟ ਸੋ ਇੰਪੋਰਟੈਂਟ। ਸਭ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਆ। ਇਸ ਨੂੰ ਜਦੋਂ ਟਰਾਈ ਕਰਾਂਗੇ ਨਾ, ਜਦੋਂ ਇਹਦਾ ਆਨੰਦ ਆਏਗਾ, ਕੁਦਰਤ ਦੇ ਨਾਲ ਵੀ ਅਸੀਂ ਜਿਸ ਤਰ੍ਹਾਂ ਮੌਸਮ ਬਦਲਦਾ ਨਾ, ਉਸ ਦਾ ਇੰਪੈਕਟ ਸਾਡੇ। ਅੱਜ ਸਵੇਰੇ ਭੈਣ ਜੀ ਜਦੋਂ ਬਿਫੋਰ ਦਾ ਕਲਾਸ 1 ਬਲਬੀਰ ਕੌਰ ਭੈਣ ਜੀ ਵਾਸ ਸ਼ੇਅਰਿੰਗ ਦੈਟ ਟੂਡੇ ਇਜ਼ ਵੈਰੀ ਹੌਟ ਮਾਸਟਰ ਜੀ, ਘਰ ਬੈਠਿਆ ਪਸੀਨਾ ਆ ਰਿਹਾ ਆ। ਠੀਕ ਹੈ, ਅਸੀਂ ਕੰਫਰਟੇਬਲ ਨਹੀਂ ਫੀਲ ਕਰ ਰਹੇ। ਜਸਟ ਫॉर ਐਗਜ਼ਾਮਪਲ ਹੁਣੇ ਬਾਰਿਸ਼ ਹੋ ਰਹੀ, ਮੌਸਮ ਠੰਡਾ ਹੋ ਜਾਣਾ, ਉਸ ਮੌਸਮ ਦਾ ਸਾਡੇ ਮਨ ਤੇ ਵੀ ਅਸਰ ਡੈਫੀਨੇਟਲੀ ਪਏਗਾ। ਅਸੀਂ ਹਿਲ ਸਟੇਸ਼ਨ ਜਾਂਦੇ ਆ, ਉੱਥੇ ਜਾ ਕੇ ਜਿਹੜਾ ਵੈਦਰ ਚੇਂਜ ਹੁੰਦਾ ਨਾ, ਉਹਦੇ ਨਾਲ ਤੁਸੀਂ ਕਦੀ ਨੇਚਰ ਨਾਲ ਬੜੀ ਜਲਦੀ ਕਨੈਕਟ ਹੋ ਜਾਂਦੇ ਹਾਂ ਅਸੀਂ। ਇਹ ਚੀਜ਼ਾਂ ਰੋਲ ਪਲੇ ਕਰਦੀਆਂ ਨੇ ਸਾਧ ਸੰਗਤ ਜੀ। ਸੋ ਜਦੋਂ ਤੁਸੀਂ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਜਪੋਗੇ, ਟੇਸਟ ਆਏਗਾ, ਦੈਨ ਯੂ ਵਿਲ ਗੈਟ ਦਾ ਫਾਈਨਲ ਆਨਸਰ। ਠੀਕ ਹੈ ਜੀ। one ਭੈਣ ਜੀ, thank you ਭੈਣ ਜੀ for your questions. Can we have the session in both language, English and Punjabi? Sure ji, we can do next time. ठीक है, so today was more in Punjabi, so next time we can do in English, no worries. So Anita ਭੈਣ ਜੀ asking mind wanders when meditate, how to stop the mind wandering? ਜਦੋਂ ਅਸੀਂ ਸਿਮਰਨ ਕਰਦੇ ਹਾਂ ਭੈਣ ਜੀ ਕਹਿੰਦੇ ਕਿ ਮਾਈਂਡ ਭੱਜਣ ਲੱਗ ਪੈਂਦਾ ਆ ਹਨਾ। ਇਹ ਤਕਰੀਬਨ ਸਾਰਿਆਂ ਦੇ ਨਾਲ ਹੁੰਦਾ ਆ। ਹੁਣ ਇੱਥੇ ਗੱਲ ਆ ਕਿ ਅਸੀਂ ਮਾਈਂਡ ਨੂੰ ਕੰਟਰੋਲ ਨਹੀਂ ਕਰਨਾ। ਨੋ ਨੀਡ ਟੂ ਕੰਟਰੋਲ ਦਾ ਮਾਈਂਡ। ਅਸੀਂ ਵਾਹਿਗੁਰੂ ਤੇ ਫੋਕਸ ਕਰਨਾ ਆ। ਜਿਹਦੇ ਪ੍ਰਤੀ ਸਾਡਾ ਪਿਆਰ ਹੋਏ, ਅਸੀਂ ਉਸ ਦੀ ਯਾਦ ਨੂੰ ਮਨ 'ਚ ਵਸਾਉਂਦੇ ਹਾਂ ਸਾਧ ਸੰਗਤ ਜੀ, ਜਾਂ ਆਪਣੇ ਆਪ ਹੀ ਉਹਦੀ ਯਾਦ ਸਾਡੇ ਮਨ ਵਿੱਚ ਵਸ ਜਾਂਦੀ ਹੈ।
When we love someone, do we remember that person, or that person already in our mind? We need to think from this perspective. ਕਿ ਜਦੋਂ ਅਸੀਂ ਵਾਹਿਗੁਰੂ ਨੂੰ ਯਾਦ ਕਰਨਾ ਨਾ, ਅਸੀਂ ਵਾਹਿਗੁਰੂ ਉੱਤੇ ਫੋਕਸ ਕਰਨਾ ਆ। ਮਾਈਂਡ ਨੂੰ ਛੱਡ ਦੋ। ਜਿਸ ਦਿਨ ਮਾਈਂਡ ਦਾ ਪਿਆਰ ਹੋ ਗਿਆ, ਇਹਨੇ ਵਾਪਸ ਆਪੇ ਆਪਣੇ ਆਪ ਆ ਜਾਣਾ। ਇਹਨੂੰ ਪਤਾ ਲੱਗ ਜਾਣਾ ਕਿ ਇਹ ਨਾਓ ਦਾ ਪਰਸਨ ਇਜ਼ ਨਾਟ ਬੋਦਰਿੰਗ, ਮੈਂ ਕਿੱਥੇ ਜਾ ਰਿਹਾ, ਕਿੱਥੇ ਨਹੀਂ ਜਾ ਰਿਹਾ। ਸੋ ਦੈਟਸ ਵਾਈ ਕਨੈਕਸ਼ਨ ਇਜ਼ ਵੈਰੀ ਇੰਪੋਰਟੈਂਟ, ਕਿ ਅਸੀਂ ਇਸ ਕਨੈਕਸ਼ਨ ਤਾਈਂ ਕਨੈਕਸ਼ਨ ਦੇ ਤੱਕ ਪਹੁੰਚਣਾ ਹੈਗਾ ਆ। ਮਾਈਂਡ ਨੇ ਭੱਜੀ ਜਾਣਾ ਆ, ਮਾਈਂਡ ਨੂੰ ਕੰਟਰੋਲ ਕਰਨ ਦੇ ਬਾਰੇ ਅਸੀਂ ਨਾ ਸੋਚੀਏ। ਜੇ ਅਸੀਂ ਇਹਨੂੰ ਕੰਟਰੋਲ ਕਰਨ ਦੇ ਚੱਕਰ 'ਚ ਪੈ ਗਏ, then we cannot focus on ਵਾਹਿਗੁਰੂ ਸਿਮਰਨ। then it will be difficult for us to make a connection with Vaheguru ji. Thank you very much for your question, Pan ji. Can we use other names like tu hi or tera? Of course, Veer ji. ਕੋਈ ਵੀ ਸ਼ਬਦ ਜਿਹੜਾ ਤੁਹਾਡਾ ਕਨੈਕਸ਼ਨ ਸਤਿਗੁਰੂ ਦੇ ਨਾਲ, ਕੋਈ ਵੀ ਸ਼ਬਦ, ਕੋਈ ਵੀ ਕਰਮ, ਕੋਈ ਵੀ ਕਿਰਿਆ, ਐਕਸ਼ਨ, ਵਰਡ, ਡੀਡਸ which is making our connection with Vaheguru ji, that is important. ਹੁਣ ਜੇ ਵਾਹਿਗੁਰੂ ਕਹਿੰਦਿਆਂ ਵੀ ਰੱਬ ਨਹੀਂ ਯਾਦ ਆਇਆ ਤੇ ਉਸ ਵਾਹਿਗੁਰੂ ਦਾ ਵੀ ਕੀ ਫਾਇਦਾ? ਜਿਸ ਲਈ ਗੁਰਬਾਣੀ 'ਚ ਗੁਰੂ ਪਾਤਸ਼ਾਹ ਕਹਿੰਦੇ ਆ ਨਾ ਕਿ ਤੂੰ ਰਾਮ ਰਾਮ ਤੇ ਕਰਦਾ ਆ, ਹਰ ਹਰ ਜਪੇ ਨਿਤ ਕਪਟ ਕਮਾਵੇ, ਹਿਰਦਾ ਸ਼ੁੱਧ ਨਾ ਹੋਈ। ਤੂੰ ਸਿਰਫ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਇਨ ਸੁਖਮਨੀ ਸਾਹਿਬ ਗੁਰੂ ਪਾਤਸ਼ਾਹ ਐਕਸਪਲੇਨਸ ਕਿ ਤੇਰਾ ਮਨ ਦੇ ਕਰਕੇ ਤੇ ਉਹ ਕਨੈਕਸ਼ਨ ਹੈ ਨਹੀਂ ਗੁਰੂ ਦੇ ਨਾਲ। You have no connection with your mind and you are just trying to make connection with the mukh de naal, jeeb de naal, because you are showing to the people I am very close to Vaheguru ji. ਮਨ ਦੇ ਨਾਲ ਤੇ ਮਨ ਨੂੰ ਕੋਈ ਵੀ ਸ਼ਬਦ ਜਿਹੜਾ, ਉਹ ਸ਼ਬਦ ਜਿਹੜਾ ਵਾਹਿਗੁਰੂ ਦੇ ਨਾਲ ਜੋੜ ਦੇ, ਉਹ ਸਾਡਾ ਸਿਮਰਨ ਬਣਦੇ ਆ ਜੀ। ਥੈਂਕ ਯੂ ਵੈਰੀ ਮਚ ਵੀਰ ਜੀ। ਕੋਈ ਵੀ ਸ਼ਬਦ, ਤੂੰ ਹੀ, ਮੂਲ ਮੰਤਰ, ਧੰਨ ਗੁਰੂ ਨਾਨਕ, ਸਤਨਾਮ, ਵਾਹਿਗੁਰੂ, ਕੋਈ ਵੀ ਜਿਹੜਾ ਤੁਹਾਡਾ ਸ਼ਬਦ ਪਰਮਾਤਮਾ ਦੇ ਨਾਮ ਨਾਲ ਜੋੜਦਾ ਆ ਜੀ, ਉਹ ਤੁਸੀਂ ਲੈ ਸਕਦੇ ਹੋ ਅਕੋਰਡਿੰਗ ਟੂ ਬਾਣੀ। ਥੈਂਕ ਯੂ ਵੈਰੀ ਮਚ। ਸਾਧ ਸੰਗਤ ਜੀ, ਜੇ ਤੁਹਾਡੇ ਮਨ 'ਚ ਕੋਈ ਵੀ ਹੋਰ ਪ੍ਰਸ਼ਨ ਹੋਏ ਤੁਸੀਂ ਕਰ ਸਕਦੇ ਹੋ ਜੀ। ਤੇ ਵਨੀਤਾ ਜੀ, ਆਈ ਐਮ ਗੋਇੰਗ ਟੂ ਅਨਮਿਊਟ ਯੂ। ਕੈਨ ਯੂ ਅਨਮਿਊਟ ਯੋਰਸੈਲਫ? ਮੈਂ ਇੱਥੋਂ ਕਰ ਰਿਹਾ, ਪਲੀਜ਼ ਡੂ ਅਨਮਿਊਟ ਫਰੋਮ ਯੋਰ ਸਾਈਡ। ਵਨੀਤਾ ਜੀ, ਹੈਲੋ, ਕੈਨ ਯੂ ਹੀਅਰ ਮੀ? ਭੈਣ ਜੀ, ਉਹ ਭਰਾ ਜੀ, ਆਈ ਥਿੰਕ ਥੋੜੀ ਟੈਕਨੀਕਲ ਇਸ਼ੂ ਆ ਰਿਹਾ। ਨੈਵਰ ਮਾਈਂਡ, ਮੈਂ ਦੁਬਾਰਾ, ਭੈਣ ਜੀ ਤੁਸੀਂ ਆਪਣੇ ਆਪ ਨੂੰ ਮਿਊਟ ਕਰ ਲੈਣਾ ਜੀ। ਵਨ ਕੁਐਸਚਨ ਆ ਰਿਹਾ ਜੀ ਸਰਬਜੀਤ ਭੈਣ ਜੀ ਦੁਆਰਾ। ਭੈਣ ਜੀ ਪੁੱਛ ਰਹੇ ਨੇ ਕਿ ਸਿਰ ਨੂੰ ਢੱਕਣਾ ਕਿੰਨਾ ਕੁ ਜ਼ਰੂਰੀ ਹੈਗਾ ਹੈ ਜੀ। ਭੈਣ ਜੀ, ਇਹ ਸਾਡੀ ਮਰਿਆਦਾ ਦਾ ਹਿੱਸਾ ਆ। ਵੈਨ ਵੀ ਰਿਮੈਂਬਰ ਵਾਹਿਗੁਰੂ ਔਰ ਵੈਨ ਵੀ ਡੂ ਪਾਠ ਨਾ, ਸੋ ਅਸੀਂ ਆਪਣੇ ਸਿਰ ਨੂੰ ਕਵਰ ਕਰ ਲੈਂਦੇ ਹਾਂ, ਠੀਕ ਹੈ ਜੀ। ਪਰ ਕਈ ਵਾਰੀ ਰੱਬ ਸਿਰ ਕਵਰ ਨਾ ਵੀ ਹੋਏ ਤਾਂ ਵੀ ਯਾਦ ਆ ਜਾਂਦਾ ਆ, ਠੀਕ ਹੈ। ਇਸ ਵਹਿਮ 'ਚ ਵੀ ਨਹੀਂ ਪੈਣਾ ਕਿ ਜੇ ਸਿਰ ਨਹੀਂ ਢੱਕਿਆ ਤੇ ਕੋਈ ਪਾਪ ਹੋ ਗਿਆ। ਬਟ ਜਦੋਂ ਅਸੀਂ ਵਾਹਿਗੁਰੂ ਦੀ ਬਾਣੀ ਪੜ੍ਹਨ ਬੈਠੇ ਹਾਂ ਜਾਂ ਸਿਮਰਨ ਕਰਨ ਬੈਠੇ ਹਾਂ, ਡੈਫੀਨੇਟਲੀ ਵੀ ਨੀਡ ਟੂ ਕਵਰ ਅਵਰ ਹੈਡ। ਤੁਸੀਂ ਹੁਣ ਦੇਖੋ ਕਿ ਕਲਾਸ ਲਾਉਂਦਿਆਂ ਵੀ ਕਈਆਂ ਨੇ ਸਿਰ ਢੱਕੇ ਹੋਏ ਨੇ, ਠੀਕ ਹੈ ਜੀ। ਉਹ ਕੋਈ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ ਆ, ਬਿਕੋਜ਼ ਦੇ ਹੈਵ ਰਿਸਪੈਕਟ ਫॉर ਬਾਣੀ ਦੇ। ਬਟ ਇਹਦਾ ਕੋਈ ਵਹਿਮ ਨਹੀਂ ਕਰਨਾ ਕਿ ਜੇ ਸਿਰ ਨੰਗਾ ਤੇ ਵਾਹਿਗੁਰੂ ਯਾਦ ਆ ਗਿਆ ਤੇ ਉਹ ਵਾਹਿਗੁਰੂ ਸਾਨੂੰ ਕੋਈ ਸਜ਼ਾ ਦੇਗਾ। ਨੋਟ ਇਨ ਦੈਟ ਵੇ। ਥੈਂਕ ਯੂ ਵੈਰੀ ਮਚ ਭੈਣ ਜੀ। ਜੀ, ਸਿਮਰਨ ਇਜ਼ ਵੈਰੀ ਪਾਵਰਫੁਲ ਐਂਡ ਮੇਕਸ ਅਸ ਕਾਮ ਐਂਡ ਬਲਿਸਫੁਲ। ਬਿਲਕੁਲ ਭੈਣ ਜੀ, ਸਿਮਰਨ ਦੀ ਮਹਿਮਾ ਆ। ਸੁਖਮਨੀ ਸਾਹਿਬ ਦੇ ਵਿੱਚ ਗੁਰੂ ਪਾਤਸ਼ਾਹ ਨੇ ਜਿੰਨੀ ਸਿਮਰਨ ਦੀ ਮਹਿਮਾ ਕੀਤੀ ਆ ਨਾ, ਆਈ ਥਿੰਕ ਸਾਨੂੰ ਬੜੀ ਡੀਪਲੀ ਅੰਡਰਸਟੈਂਡਿੰਗ ਦੀ ਲੋੜ ਆ ਜਦੋਂ ਸੁਖਮਨੀ ਸਾਹਿਬ ਪੜ੍ਹਦੇ ਆ। ਜਪਜੀ ਸਾਹਿਬ ਤੋਂ ਬਾਅਦ ਜੇ ਸਭ ਤੋਂ ਵੱਧ ਪਾਠ ਹੁੰਦਾ ਆ, ਉਹ ਸੁਖਮਨੀ ਸਾਹਿਬ ਦਾ ਹੁੰਦਾ ਸਾਧ ਸੰਗਤ ਜੀ। ਤੇ ਸੁਖਮਨੀ ਸਾਹਿਬ ਦੇ ਜਿਹੜੇ ਮੀਨਿੰਗ ਨੇ ਨਾ, ਟੂ ਅੰਡਰਸਟੈਂਡ ਦਾ ਮੀਨਿੰਗ ਆਫ ਸੁਖਮਨੀ ਇਜ਼ ਵੈਰੀ ਇੰਪੋਰਟੈਂਟ। then we know the value of Simran. Thank you very much. Paramjit Pan ji, I unmuted you. Ji. Hanji, Sasrika. Okay, I really enjoyed the Simran session where you are meditating, and I always thought that there's a certain way of meditating, but now I feel that we can use any ones that you have mentioned, like Vaheguru or Satnam Vaheguru, you know. So thank you for enlightening me. Thank you, Panji. Thank you very much. Anu Panji, I'm going to unmute you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Very beautifully explained as always, Upinder. It is your explanation was very, very systematic. There is not much doubt. The doubt is within yourself how well you can actually implement what you have taught us today. So I think both important, like you said. It was a session and very, very fruitful. I'm truly enjoyed, and I'm so glad that I actually attended this. Thank you so much, Upinder. It was ਥੈਂਕ ਯੂ very, ਭੈਣ ਜੀ, very ਥੈਂਕ ਯੂ ਭੈਣ ਜੀ। ਪਲੀਜ਼ ਭੈਣ ਜੀ ਆਪਣੇ ਆਪ ਨੂੰ ਮਿਊਟ ਕਰ ਲੈਣਾ, ਠੀਕ ਹੈ। ਹਰਦੀਪ ਕੌਰ ਭੈਣ ਜੀ, ਹਾਂਜੀ ਜੀ ਪਲੀਜ਼। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਵੀ ਨਾਲ ਲਿਖੀ ਗਈ ਤੇ ਇਟਸ ਅ ਵੈਰੀ ਗੁੱਡ ਵੈਲ ਸਟਰਕਚਰਡ ਲੈਕਚਰ ਅਪਿੰਦਰ, ਵੈਰੀ ਵੈਲ ਡਨ। ਤੇ ਜਿਸ ਤਰ੍ਹਾਂ ਤੁਸੀਂ ਸਟੈਪ ਬਾਈ ਸਟੈਪ ਕਿਹਾ, ਰਸਨਾ ਤੋਂ ਸ਼ੁਰੂ ਕਰਨਾ, ਸਭ ਕੁਝ ਬਹੁਤ ਸਹੀ ਹੈ। ਤੇ ਇੱਕ ਤੁਕ ਸੀ ਜੋ ਉਹਦੀ ਅੰਗਰੇਜ਼ੀ ਟ੍ਰਾਂਸਲੇਸ਼ਨ ਸੀ, ਚਾਂਟਡ ਵਿਦਆਊਟ ਚਾਂਟਿੰਗ। ਜੀ, ਅਜੱਪਾ ਜਾਪ, ਅਜੱਪਾ ਜਾਪ ਜੀ। ਤੇ ਇਹ ਮੈਨੂੰ ਚੰਗਾ ਲੱਗਦਾ ਕਿ ਕਈ ਚਾਂਟਿੰਗ ਕਰਦੇ, ਤੇ ਮੈਨੂੰ ਪਤਾ ਲੱਗਿਆ ਕਿ ਕਈ ਹੋਰ ਹੀ ਪਾਸੇ ਦਿਮਾਗ ਚਲਾ ਜਾਂਦਾ ਜੀ, ਉਹ ਵੀ ਨਹੀਂ ਠੀਕ, ਕਈ ਕਰਦੇ ਨਾ। ਹਾਂਜੀ ਜੀ। ਤੇ ਜਿਹੜਾ ਕਨੈਕਸ਼ਨ ਚਾਹੀਦਾ ਵਾਹਿਗੁਰੂ ਜੀ ਨਾਲ ਜਦੋਂ ਅਸੀਂ ਸਿਮਰਨ ਕਰਦੇ ਹਾਂ, ਤੇ ਇਹ ਨਹੀਂ ਕਿ ਜ਼ਰੂਰੀ ਇੰਨੇ ਮਿੰਟ ਕਰਨਾ ਚਾਹੀਦਾ, ਜਿੰਨਾ ਕੁ ਅਸੀਂ ਕਰ ਸਕਦੇ ਉਨਾ ਹੀ ਬਹੁਤ ਹੈ। ਜੀ ਭੈਣ ਜੀ, ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਪਵੀਰ ਜੀ, can you unmute yourself? I am doing from my side. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। I think Upinder, you have made a very complex and different interpreting portions of Simran into a very simple, clear and vivid explanation of what Simran is. You have done a fantastic job. Thank you very much ਜੀ। ਸਾਧ ਸੰਗਤ ਜੀ, ਜੇ ਕਿਸੇ ਦਾ ਪ੍ਰਸ਼ਨ ਹੈਗਾ ਪਲੀਜ਼, ਅਸੀਂ ਕਿਉਂਕਿ ਥੋੜੇ ਟਾਈਮ ਦੇ ਬਾਅਦ ਹੀ ਅਸੀਂ ਕਰ ਰਹੇ ਹਾਂ, ਠੀਕ ਹੈ ਜੀ। we have time ਦਾ ਕੋਈ ਇਸ਼ੂ ਨਹੀਂ ਹੈਗਾ, ਠੀਕ ਹੈ ਜੀ। ਵੀਰ ਜੀ asking some people, Shan saying it is these two places, but I think it is good if you can say it anywhere and at time, ਠੀਕ ਹੈ ਜੀ। ਬਿਲਕੁਲ ਵੀਰ ਜੀ, ਕਿਤੇ ਵੀ ਰੱਬ ਦਾ ਨਾਮ ਲਿਆ ਜਾ ਸਕਦਾ ਜੀ, ਕੋਈ ਸਾਡੇ ਕੋਲ ਉਸ ਦੀ ਥਾਂ ਦੀ, ਠੀਕ ਹੈ। ਬਾਕੀ ਸਾਧ ਸੰਗਤ ਦੀ ਇੰਪੋਰਟੈਂਟ ਗੁਰਬਾਣੀ ਚ ਹੈਗੀ ਆ, ਸਾਧ ਸੰਗਤ ਇਜ਼ ਵੈਰੀ ਇੰਪੋਰਟੈਂਟ, ਠੀਕ ਹੈ ਜੀ। ਬਾਕੀ ਕਿਤੇ ਵੀ ਬੈਠ ਕੇ, ਕਿਤੇ ਵੀ ਥਾਂ ਤੇ ਜਾ ਕੇ, ਵਾਹਿਗੁਰੂ ਤੂੰ ਸਭਨੀ ਥਾਈਂ ਜਿੱਥੇ ਹੋ ਚਾਹੀਂ, ਯੂ ਆਰ ਐਵਰੀਵੇਅਰ ਐਵਰ ਆਈ ਗੋ, ਹੀ ਇਜ਼ ਓਮਨੀ ਪ੍ਰੈਜ਼ੈਂਟ। ਥੈਂਕ ਯੂ ਵੈਰੀ ਮਚ ਜੀ। ਸਾਧ ਸੰਗਤ ਜੀ, ਹੁਣ ਸੰਗਤੀ ਰੂਪ ਦੇ ਵਿੱਚ ਅਸੀਂ ਸਾਰੇ ਜਿਹੜੇ ਹੈਗੇ ਨੇ, ਉਹ ਇੱਕ ਵਾਰੀ ਫਤਿਹ ਦੀ ਸਾਂਝ ਪਾਵਾਂਗੇ ਜੀ। ਮੈਂ ਸਾਰਿਆਂ ਨੂੰ ਅਨਮਿਊਟ ਕਰਨ ਜਾ ਰਿਹਾ ਜੀ। ਸ਼ਬਦ ਵਿਚਾਰ ਕਰਦੇ ਹਾਂ, ਇਸ ਟੌਪਿਕ ਨੂੰ ਡਿਸਕਸ ਕਰਦੇ ਹਾਂ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ ਜੀ, ਬਖਸ਼ ਲੈਣਾ ਜੀ। ਸਾਧ ਸੰਗਤ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਕਰ ਰਿਹਾ। ਸੰਗਤੀ ਰੂਪ ਦੇ ਵਿੱਚ ਆਪਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।